स्टूडेंट्स ਆਪਾਂ ਆਪਣਾ क्लास 11 ਦਾ थर्ड ਲੈਸਨ ਜੋ ਐਸੇ ਵਾਲਾ ਹੈ ਉਹ ਸਟਾਰਟ ਕੀਤਾ ਹੋਇਆ ਹੈ ਦਾ ਡਿਸਕਵਰੀ ਆਫ ਪੈਨਿਸਿਲਿਨ। ਆਪਾਂ ਇਸ ਦੇ ਬੇਟਾ ਸਾਰੀ ਐਕਸਪਲੇਨੇਸ਼ਨ ਸਾਰਾ ਐਨਾਲਿਸਿਸ ਕਰ ਚੁੱਕੇ। ਪਿਛਲੇ 3 ਆਪਾਂ ਇਸ ਦੇ ਕਲਾਸਿਸ ਲਗਾਈਆਂ ਸੀ ਜਿਸ ਚ ਆਪਾਂ ਇਹ ਕੰਪਲੀਟ ਚੈਪਟਰ ਸਾਰਾ ਸਟੱਡੀ ਕਰ ਲਿਆ। ਜਿੰਨੇ ਵੀ ਵਰਡਸ ਤੁਸੀਂ ਇਹ ਗਲੋਸਰੀ ਦੇ ਦੇਖ ਰਹੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਵਰਡਸ ਆਂਦੇ ਹੋਣਗੇ ਤੇ ਇਹ ਸਾਰੇ ਵਰਡਸ ਜਿਹੜੇ ਨੇ ਤੁਹਾਨੂੰ ਇਹਨਾਂ ਦੇ ਮਤਲਬ ਪਤਾ ਹੋਣਗੇ। ਤੁਸੀਂ ਆਪਣੀਆਂ ਕਾਪੀਜ਼ ਦੇ ਵਿੱਚ ਗਲੋਸਰੀ ਦੇ ਇੱਕ ਲਿਸਟ ਬਣਾਈ ਹੋਏਗੀ ਜਿਸ 'ਚ ਸਾਰੇ ਤੁਹਾਨੂੰ ਵਰਡਸ ਪਤਾ ਹੋਣਗੇ। ਤਾਂ ਬੇਟਾ ਬਹੁਤ ਜ਼ਰੂਰੀ ਹੈ ਕਿ ਇੰਗਲਿਸ਼ ਇਲੈਕਟਿਵ ਜੇ ਤੁਸੀਂ ਪੜ੍ਹ ਰਹੇ ਹੋ ਤਾਂ ਤੁਹਾਨੂੰ ਮੈਕਸਿਮਮ ਤੁਹਾਡੀ ਵੋਕੈਬਲਰੀ ਅੱਛੀ ਹੋਵੇ ਤੇ ਉਹ ਤਾਂ ਹੀ ਹੋ ਸਕਦੀ ਹੈ ਜੇਕਰ ਤੁਸੀਂ ਚੈਪਟਰਸ ਨੂੰ ਅੱਛੀ ਤਰ੍ਹਾਂ ਮੇਰੇ ਤੋਂ ਸਮਝੋ। ਤਾਂ ਬੇਟਾ ਸਾਰਾ ਚੈਪਟਰ ਅਸੀਂ ਕਰ ਚੁੱਕੇ। 3 ਕਲਾਸਿਸ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਲਗਾਈਆਂ ਨੇ। ਜੇ ਫਿਰ ਵੀ ਕਿਸੇ ਸਟੂਡੈਂਟ ਦੀ ਕੋਈ ਕਲਾਸ ਮਿਸ ਹੋਈ ਹੈ ਕਿਸੇ ਕਾਰਨ ਕਰਕੇ ਤਾਂ ਉਹ ਇਹ ਤਿੰਨੇ ਕਲਾਸਿਸ ਇਸ ਚੈਪਟਰ ਦੀਆਂ ਜ਼ਰੂਰ ਸੁਣੇ। ਮੈਂ ਤੁਹਾਨੂੰ ਲਿੰਕ ਭੇਜੇ ਹੋਏ ਨੇ ਤੇ ਤੁਸੀਂ ਇਹ ਸੁਣ ਕੇ ਸਾਰਾ ਚੈਪਟਰ ਸਮਝ ਸਕਦੇ ਹੋ। ਕੁਝ ਬੱਚਿਆਂ ਨੇ ਮੈਨੂੰ ਇਹਨਾਂ ਦੇ ਛੋਟੇ ਕੁਐਸਚਨਸ ਵੀ ਕਰਕੇ ਭੇਜੇ ਨੇ। ਬਾਕੀ ਵੀ ਦੇਖੋ ਬੇਟਾ ਟਰਾਈ ਕਰੋ ਕਿ ਇਹ ਵਾਲੇ ਜਿਹੜੇ ਕੁਐਸਚਨਸ ਹੈ ਤੁਸੀਂ ਆਪ ਕਰਨ ਦੀ ਕੋਸ਼ਿਸ਼ ਕਰੋ। ਮੈਂ ਤਾਂ ਕਰਵਾਈ ਦਊਂਗਾ, ਕੋਈ ਐਸੀ ਗੱਲ ਨਹੀਂ, ਲੇਕਿਨ ਆਪ ਤੁਸੀਂ ਟਰਾਈ ਕਰੋ। ਇੱਕ ਇੱਕ ਦੋ ਦੋ ਲਾਈਨ ਦੇ ਵਿੱਚ ਇਹਦੇ ਆਨਸਰ ਨੇ। ਲੇਕਿਨ ਅੱਜ ਮੈਂ ਜੋ ਤੁਹਾਨੂੰ ਕਰਵਾ ਰਹੇ ਹਾਂ ਬੇਟਾ ਉਹ ਕਰਵਾ ਰਹੇ ਹਾਂ ਇਸ ਦੀਆਂ ਐਕਸਰਸਾਈਜ਼ਸ ਤੇ ਉਹਨਾਂ ਦੇ ਸੋਲੂਸ਼ਨਸ। ਬੜੇ ਇੰਟਰਸਟਿੰਗ ਟੌਪਿਕ ਹੈ ਕਿਉਂਕਿ ਗ੍ਰਾਮਰ ਦਾ ਟੌਪਿਕ ਹੈ। ਤੁਹਾਡੇ ਲਈ ਥੋੜਾ ਜਿਹਾ ਸ਼ਾਇਦ ਨਵਾਂ ਵੀ ਹੋਏਗਾ ਜਾਂ ਸ਼ਾਇਦ ਤੁਸੀਂ ਆਪਣੀ 9th 10th ਕਲਾਸ 'ਚ ਇਹ ਕਿਤੇ ਹੋਣਗੇ। ਤਾਂ ਬੇਟਾ ਅਸੀਂ ਆਪਾਂ ਜੇ ਸੈਕਿੰਡ ਐਫ ਦੀ ਐਕਸਰਸਾਈਜ਼ ਕਰਨ ਲੱਗੇ ਹਾਂ ਕਿ ਲੁੱਕ ਐਟ ਦੀ ਸੈਂਟੈਂਸਿਸ। ਦੇਖੋ ਇਹ ਵਾਲਾ ਜਿਹੜਾ ਸੈਂਟੈਂਸ ਹੈ ਨਾ ਇਹ ਚੈਪਟਰ 'ਚੋਂ ਆਇਆ ਕਿ ਫਲੇਮਿੰਗ ਵਾਸ ਸੋ ਗ੍ਰੇਟਲੀ ਅਟਰੈਕਟਿਡ ਟੂ ਦਾ ਸਬਜੈਕਟ ਦੈਟ ਹੀ ਡਿਸਾਈਡਡ ਟੂ ਚੂਜ਼ ਇਟ ਫਰੋਮ ਫॉर ਹਿਸ ਸਪੈਸ਼ਲ ਫੀਲਡ ਆਫ ਸਟੱਡੀ। ਤਾਂ ਉਹਦੇ ਜਿਹੜੇ ਪ੍ਰੋਫੈਸਰ ਰਾਈਟ ਸੀਗੇ ਜਦੋਂ ਉਹਨਾਂ ਕੋਲ ਪੜ੍ਹਦਾ ਸੀ ਤਾਂ ਉਹ ਇੰਨੇ ਵਧੀਆ ਤਰੀਕੇ ਨਾਲ ਪ੍ਰੋਫੈਸਰ ਰਾਈਟ ਪੜ੍ਹਾਉਂਦੇ ਸੀ ਬੈਕਟੀਰੀਓਲੋਜੀ ਨੂੰ ਕਿ ਫਲੈਮਿੰਗ ਨੇ ਸੋਚ ਲਿਆ ਕਿ ਮੈਂ ਇਹੀ ਸਬਜੈਕਟ ਪੜ੍ਹਨਾ ਹੈ। ਚਲੋ ਇਹ ਲਾਈਨ ਦਾ ਤਾਂ ਮਤਲਬ ਬੇਟਾ ਤੁਹਾਨੂੰ ਪਤਾ ਹੈ ਕਿਉਂਕਿ ਤੁਸੀਂ ਇਹ ਚੈਪਟਰ ਦੇ ਵਿੱਚ ਮੇਰੇ ਤੋਂ ਸਮਝੀ ਹੋਈ ਹੈ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ ਕਿ ਲਾਈਨ ਕਾਫੀ ਵੱਡੀ ਲਾਈਨ ਹੈ ਤੇ ਇਸ ਲਾਈਨ ਨੂੰ ਆਪਾਂ ਤੋੜ ਕੇ 2 ਸੈਂਟੈਂਸਿਸ 'ਚ ਲਿਖ ਸਕਦੇ ਹਾਂ ਜਿਵੇਂ ਕਿ ਇਹਨਾਂ ਨੇ ਲਿਖਿਆ। ਦੇਖੋ ਇੱਥੇ ਲਿਖਿਆ ਕਿ ਇਹ ਜਿਹੜਾ ਸੈਂਟੈਂਸ 1 ਹੈ ਇਸ ਨੂੰ ਆਪਾਂ 2 ਅਲੱਗ-ਅਲੱਗ ਸੈਂਟੈਂਸਿਸ ਦੇ ਵਿੱਚ ਤੋੜ ਸਕਦੇ ਹਾਂ। ਤਾਂ ਇਹ ਕਿਸ ਤਰ੍ਹਾਂ ਕਿ ਫਲੇਮਿੰਗ ਵਾਸ ਵੈਰੀ ਗ੍ਰੇਟਲੀ ਅਟੈਚਡ ਟੂ ਦਾ ਸਬਜੈਕਟ। ਦੇਖੋ ਤੇ ਦੂਸਰੀ ਹੈ ਹੀ ਡਿਸਾਈਡਡ ਟੂ ਚੂਜ਼ ਇਟ ਫॉर ਹਿਸ ਸਪੈਸ਼ਲ ਫੀਲਡ ਆਫ ਸਟੱਡੀ। ਚੀਜ਼ ਉਹੀ ਹੈ ਬੇਟਾ ਲੇਕਿਨ ਹੋਇਆ ਕਿ ਇਸ ਨੂੰ 2 ਅਲੱਗ-ਅਲੱਗ ਲਾਈਨਸ ਦੇ ਵਿੱਚ ਇਹਨਾਂ ਨੇ ਡਿਵਾਈਡ ਕਰਤਾ। ਜਿਵੇਂ ਆਹ ਵਾਲੀ ਲਾਈਨ ਸੀ ਕਿ ਫਲੇਮਿੰਗ ਆਪਣੇ ਸਬਜੈਕਟ ਦੇ ਨਾਲ ਇੰਨਾ ਜ਼ਿਆਦਾ ਆਕਰਸ਼ਿਤ ਹੋ ਗਿਆ ਕਿ ਉਸਨੇ ਇਸ ਸਬਜੈਕਟ ਨੂੰ ਆਪਣੀ ਸਟੱਡੀ ਦਾ ਵਿਸ਼ਾ ਚੁਣ ਲਿਆ, ਸਪੈਸ਼ਲ ਵਿਸ਼ਾ ਚੁਣ ਲਿਆ। ਕਿਸ ਤਰ੍ਹਾਂ ਕਰਿਆ ਇਹਨਾਂ ਨੇ? ਜਿਵੇਂ ਦੇਖੋ ਇੱਥੇ ਜਿਹੜਾ ਸੋ ਸੀਗਾ ਉਸ ਨੂੰ ਪਹਿਲਾਂ ਤਾਂ ਇਹਨਾਂ ਨੇ ਚੇਂਜ ਕਰਕੇ ਕੀ ਕਰਤਾ, ਵੈਰੀ ਲਗਾਤਾ। ਪਹਿਲੀ ਲਾਈਨ ਆਲਮੋਸਟ ਉਹਨੇ ਇਹੀ ਚੱਕੀ ਹੈ ਕਿ ਫਲੇਮਿੰਗ ਵਾਸ ਸੋ ਗ੍ਰੇਟਲੀ ਅਟੈਚਡ ਟੂ ਦਾ ਸਬਜੈਕਟ ਦੀ ਥਾਂ ਤੇ ਇੱਥੇ ਵੈਰੀ ਲਗਾਤਾ। ਆਹ ਵਾਲੀ ਲਾਈਨ ਇਹਨਾਂ ਨੇ ਇੱਥੇ ਐਵੇਂ ਚੱਕ ਲਈ ਕਿ ਫਲੇਮਿੰਗ ਵਾਸ ਵੈਰੀ ਗ੍ਰੇਟਲੀ ਨਾਲ ਗ੍ਰੇਟਲੀ ਸ਼ਬਦ ਲਗਾਤਾ ਅਟੈਚ ਟੂ ਦਾ ਸਬਜੈਕਟ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਬਾਅਦ ਵਾਲੀ ਲਾਈਨ ਸੀ ਜਿਹੜੀ ਦੈਟ ਤੋਂ ਬਾਅਦ ਸਟਾਰਟ ਹੋ ਰਹੀ ਹੈ ਉਹਨੂੰ ਐਜ਼ ਇਟ ਇਜ਼ ਹੀ ਚੱਕ ਲਿਆ ਕਿ ਹੀ ਡਿਸਾਈਡਡ ਟੂ ਚੂਜ਼ ਇਟ ਫॉर ਹਿਸ ਸਪੈਸ਼ਲ ਫੀਲਡ ਆਫ ਸਟੱਡੀ। he decided to choose it for his special field of study। ਸੇਮ ਲਾਈਨ ਚੱਕ ਲਈ ਤਾਂ 2 ਲਾਈਨਸ ਦੇ ਵਿੱਚ ਡਿਵਾਈਡ ਕਰਤਾ। ਹੁਣ ਅਸੀਂ ਜੇ ਉਲਟਾ ਕਰੀਏ ਇਹਨੂੰ ਕਿ ਆਪਾਂ ਇਹਨਾਂ ਦੋਨਾਂ ਲਾਈਨਾਂ ਦੀ ਇੱਕ ਲਾਈਨ ਬਣਾ ਦਈਏ ਤਾਂ ਉਹ ਕੀ ਬਣ ਜਾਊਗੀ, ਉੱਪਰ ਵਾਲੀ ਲਾਈਨ। ਨਹੀਂ ਹੋਏਗਾ ਨਾ। ਤਾਂ ਕੀ ਸਮਝੇ ਤੁਸੀਂ ਕਿ ਇੱਥੇ 2 ਸੈਂਟੈਂਸਿਸ ਨੂੰ 2 ਅਲੱਗ-ਅਲੱਗ ਵਾਕਾਂ ਨੂੰ ਜੋੜ ਕੇ ਇੱਕ ਸੈਂਟੈਂਸ ਬਣਾਤਾ ਗਿਆ। ਪੰਜਾਬੀ 'ਚ ਯਾਦ ਕਰੋ ਬੇਟਾ, ਸ਼ਾਇਦ ਤੁਹਾਡੇ ਪੰਜਾਬੀ ਦੇ ਟੀਚਰ ਨੇ, ਹਿੰਦੀ ਦੇ ਟੀਚਰਸ ਨੇ ਕਰਾਏ ਹੋਣਗੇ ਕਿ ਆਪਾਂ ਜਦੋਂ 2 ਵਾਕਾਂ ਨੂੰ ਆਪਸ 'ਚ ਜੋੜਦੇ ਹਾਂ ਤਾਂ ਕੁਝ ਵਰਡ ਲਗਾ ਕੇ ਜੋੜ ਦਿੰਦੇ ਆ। ਤਾਂ ਪੰਜਾਬੀ 'ਚ ਉਹਨਾਂ ਨੂੰ ਸ਼ਾਇਦ ਯੋਜਕ ਕਹਿੰਦੇ ਆ ਤੇ ਇੰਗਲਿਸ਼ 'ਚ ਆਪਾਂ ਬੇਟਾ ਉਹਨਾਂ ਨੂੰ ਕੰਜੰਕਸ਼ਨਸ ਕਹਿੰਦੇ ਆ। ਕੀ ਕਹਿੰਦੇ ਆ? ਕੰਜੰਕਸ਼ਨਸ। ਕੰਜੰਕਸ਼ਨਸ ਕੀ ਕੰਮ ਕਰਦੇ ਆ ਕਿ 2 ਸੈਂਟੈਂਸਿਸ ਜਾਂ 2 ਤੋਂ ਵੱਧ ਸੈਂਟੈਂਸਿਸ ਨੂੰ ਆਪਸ 'ਚ ਜੋੜ ਦਿੰਦੇ ਆ, ਬਸ ਹੋਰ ਕੁਝ ਨਹੀਂ ਹੈ। ਤਾਂ ਇੱਥੇ ਕਿਹੜਾ ਕੰਜੰਕਸ਼ਨ ਯੂਜ਼ ਹੋਇਆ? ਜੇ ਤੁਸੀਂ ਦੇਖੋ ਇੱਥੇ ਕੰਜੰਕਸ਼ਨ ਯੂਜ਼ ਹੋਇਆ ਸੋ ਅਤੇ ਉਹਦੇ ਨਾਲ ਦੈਟ। ਇਹ ਵਾਲੇ 2 ਪੈਰ ਆਫ ਕੰਜੰਕਸ਼ਨਸ ਯੂਜ਼ ਹੋਏ ਆ ਜੋ ਜੋੜਿਆ ਚਾਹੁੰਦੇ ਆ। ਸੋ ਦੈਟ ਵਾਲਾ ਜਿਹੜਾ ਕੰਜੰਕਸ਼ਨ ਹੈ ਬੇਟਾ ਇਹ ਪੈਰ ਚਾਹੁੰਦਾ ਹੈ, ਮਤਲਬ ਜੋੜਿਆ ਚਾਹੁੰਦਾ ਹੈ। ਕਈ ਕੰਜੰਕਸ਼ਨ ਸਿੰਗਲ ਵੀ ਆ ਜਾਂਦੇ ਆ ਜਿਵੇਂ ਐਂਡ, ਬਟ, ਹੈ ਨਾ। ਲੇਕਿਨ ਆਪਾਂ ਇੱਥੇ ਪੈਰ ਆਫ ਕੰਜੰਕਸ਼ਨਸ ਦੀ ਯੂਜ਼ ਕਰਦੇ ਹਾਂ ਕਿ ਇੱਥੇ ਜੋੜਿਆਂ ਵਾਲਾ ਕੰਜੰਕਸ਼ਨ ਯੂਜ਼ ਕੀਤਾ ਗਿਆ।
ਪੈਰ ਆਫ ਕੰਜੰਕਸ਼ਨ ਯੂਜ਼ ਕੀਤਾ ਗਿਆ। ਸੇਮ ਇਸੇ ਤਰ੍ਹਾਂ ਦੂਸਰਾ ਸੈਂਟੈਂਸ ਹੈ, ਦੇਖੋ ਇਹ ਵੀ ਚੈਪਟਰ ਚੋਂ ਲਿਆ ਗਿਆ ਕਿ ਫਲੈਮਿੰਗ became so greatly excited by this discovery that he carried out several experiments on this mold। ਇਹ ਸੇਮ ਸੈਂਟੈਂਸ ਆਪਾਂ ਬੇਟਾ ਚੈਪਟਰ ਚ ਪੜਿਆ, ਉਹੀ ਚੱਕਿਆ ਗਿਆ ਲਿਆ ਇਹਨਾਂ ਨੇ। ਤਾਂ ਇਹਨਾਂ ਨੇ ਫੇਰ ਇਸ ਸੈਂਟੈਂਸ ਨੂੰ ਦੋ ਹਿੱਸਿਆਂ ਚ ਤੋੜਤਾ ਕਿ ਫਲੈਮਿੰਗ became very greatly excited by this discovery। ਹੁਣ ਦੇਖੋ 100 ਦੀ ਥਾਂ ਤੇ ਇਹਨਾਂ ਨੇ ਵੈਰੀ ਲਗਾਤਾ ਹੈ ਨਾ। ਫਲੈਮਿੰਗ became very greatly excited by this discovery, ਇੱਥੇ ਤੱਕ ਇਹਨਾਂ ਨੇ ਸੈਂਟੈਂਸ ਉਹੀ ਚੱਕ ਲਿਆ। ਉਸ ਤੋਂ ਬਾਅਦ ਜਿਹੜਾ that ਤੋਂ ਬਾਅਦ ਵਾਲਾ ਸੈਂਟੈਂਸ ਹੈ he ਤੋਂ ਲੈ ਕੇ ਇਹ ਵਾਲਾ, ਇਹ ਸੇਮ ਇਹਨਾਂ ਨੇ ਚੱਕ ਕੇ ਇੱਥੇ ਲਗਾਤਾ ਕਿ he carried out several experiment on this mold, he carried out several experiment on the mold। ਤਾਂ ਕੋਈ ਫਰਕ ਨਹੀਂ। ਤਾਂ ਇਹੀ ਦੋ ਸੈਂਟੈਂਸਿਸ ਨੂੰ ਇਹਨਾਂ ਨੇ ਜੇ ਆਪਾਂ ਉਲਟਾ ਕਰੀਏ, ਇਹਨਾਂ ਦੋਨਾਂ ਸੈਂਟੈਂਸਿਸ ਨੂੰ ਆਪਾਂ ਇੱਕ ਸੈਂਟੈਂਸ ਬਣਾ ਸਕਦੇ ਹਾਂ ਵਿਦ ਦੀ ਹੈਲਪ ਆਫ ਸੋ ਐਂਡ ਵਿਦ ਦਾ ਹੈਲਪ ਆਫ that। ਤਾਂ ਦੋ ਜਿਹੜੇ ਪੈਰ ਆਫ ਕੰਜੰਕਸ਼ਨਸ ਹੈ ਇਹਦੇ ਨਾਲ ਆਪਾਂ ਬਣਾ ਸਕਦੇ ਹਾਂ। ਤਾਂ ਇਹ ਦੋ ਸੈਂਟੈਂਸਿਸ ਸਮਝਾਉਣ ਦਾ ਮਤਲਬ ਕੀ ਹੈ ਇਸ ਚੈਪਟਰ ਦੇ ਵਿੱਚ? ਉਹ ਸਮਝਾਉਣ ਦਾ ਮਤਲਬ ਹੈ ਕਿ ਤੁਹਾਨੂੰ ਇਹ ਦੋਨੇ ਸੋ ਦੈਟ ਵਾਲੇ ਜਿਹੜੇ ਕੰਜੰਕਸ਼ਨਸ ਹੈ ਤੁਹਾਨੂੰ ਆਣ ਕਿ ਤੁਸੀਂ ਕਿਸ ਤਰ੍ਹਾਂ ਦੋ ਅਲੱਗ-ਅਲੱਗ ਸੈਂਟੈਂਸਿਸ ਨੂੰ ਇੱਕ ਸੈਂਟੈਂਸ 'ਚ ਜੋੜ ਸਕਦੇ ਹੋ। ਬੜੀ ਇੰਟਰਸਟਿੰਗ ਐਕਸਰਸਾਈਜ਼ ਹੈ, ਤੁਸੀਂ ਮਨ ਨਾਲ ਕਰੋਗੇ ਤਾਂ ਬੜਾ ਅੱਛਾ ਲੱਗੇਗਾ। ਤਾਂ ਹੁਣ ਤੁਹਾਨੂੰ ਕੀ ਦਿੱਤਾ ਹੋਇਆ, ਹੁਣ ਸਮਝਾਉਣ ਤੋਂ ਬਾਅਦ ਤੁਹਾਨੂੰ ਅੱਗੇ ਕਿਹਾ ਹੋਇਆ ਹੈ ਕਿ ਨਾਓ ਕੰਬਾਈਨ ਈਚ ਆਫ ਦਾ ਫੋਲੋਇੰਗ ਪੇਅਰਸ ਆਫ ਸੈਂਟੈਂਸਿਸ ਇਨਟੂ ਵਨ ਸੈਂਟੈਂਸ ਯੂਜ਼ਿੰਗ ਸੋ ਐਂਡ ਦੈਟ। ਹਰ ਇੱਕ ਦੇਖੋ ਨੀਚੇ ਤੁਹਾਨੂੰ 4-5 ਸੈਂਟੈਂਸਿਸ ਦਿੱਤੇ ਹੋਏ ਆ, ਉਹਦੇ ਦੋ ਜੋੜੇ ਆ। ਜਿਵੇਂ ਪਹਿਲੇ ਦਾ ਹੀ ਲਾ ਲਓ A ਐਂਡ B, ਦੋ ਸੈਂਟੈਂਸਿਸ ਹੈ ਨਾ, ਲੇਕਿਨ ਆਪਾਂ ਨੇ ਉਹਦਾ ਇੱਕ ਸੈਂਟੈਂਸ ਬਣਾਉਣਾ ਹੈ। ਕਿਵੇਂ? ਸੋ ਦੈਟ ਲਗਾ ਕੇ, ਜਿਵੇਂ ਆਪਾਂ ਨੇ ਉੱਪਰ ਲਗਾਇਆ। ਤਾਂ ਬੜਾ ਆਸਾਨ ਹੈ ਬੇਟਾ, ਦੇਖਣ ਨੂੰ ਥੋੜਾ ਜਿਹਾ ਔਖਾ ਲੱਗਦਾ ਲੇਕਿਨ ਬੜਾ ਆਸਾਨ ਹੈ। ਦੇਖੋ ਪਹਿਲਾਂ ਮੈਂ ਤੁਹਾਨੂੰ ਕਰਕੇ ਦਿਖਾਣਾ, ਕਹਿੰਦੇ ਅਕਬਰ ਵਾਜ਼ ਵੈਰੀ ਫੌਂਡ ਆਫ ਸਪੋਰਟ, ਠੀਕ ਹੈ। ਦੂਸਰਾ ਹੈ ਹੀ ਆਫਨ ਲੈਫਟ ਦਾ ਪੈਲੇਸਿਸ ਔਨ ਲੌਂਗ ਹੰਟਿੰਗ ਟ੍ਰਿਪਸ। ਹੁਣ ਇਹ ਵਾਲਾ ਜਿਹੜਾ ਸੈਂਟੈਂਸ ਹੈ ਨਾ, ਇਹਨੂੰ ਆਪਾਂ ਨੇ ਇੱਕ ਕਰਨਾ ਹੈ। ਤਾਂ ਉੱਪਰ ਕੀ ਕੀਤਾ ਸੀਗਾ ਆਪਾਂ ਨੇ, ਜਿਹੜਾ ਵੈਰੀ ਸੀਗਾ, ਦੇਖੋ ਆਹ ਵਾਲਾ ਵੈਰੀ ਸੀਗਾ, ਇਹ ਆਪਣੇ ਕੋਲੋਂ ਲਗਾਇਆ ਸੀ ਨਾ, ਕਿਹਦੀ ਥਾਂ ਤੇ ਲਗਾਇਆ ਸੀ? ਸੋ ਦੀ ਥਾਂ ਤੇ ਲਗਾਇਆ ਸੀ। ਆਪਾਂ ਉੱਪਰ ਦੇਖੇ ਆ ਸੋ ਦੀ ਥਾਂ ਤੇ ਲਗਾਇਆ। ਤਾਂ ਆਪਾਂ ਹੁਣ ਉਲਟਾ ਕੰਮ ਕਰ ਦੋ ਕਿ ਆਪਾਂ ਇੱਥੇ ਵੈਰੀ ਦੀ ਥਾਂ ਤੇ ਦੇਖੋ ਸੋ ਲਗਾਓ। ਅਕਬਰ ਵਾਜ਼ ਸੋ ਫੌਂਡ ਆਫ ਸਪੋਰਟ, ਉਸ ਤੋਂ ਬਾਅਦ ਦੈਟ ਲਗਾ ਦੋ, ਠੀਕ ਹੈ। ਫੁੱਲ ਸਟਾਪ ਨਹੀਂ ਲਗਾਣਾ, ਦੈਟ ਕੱਟ ਕੇ ਸੌਰੀ ਫੁੱਲ ਸਟਾਪ ਕੱਟ ਕੇ ਦੈਟ ਲਗਾ ਦੋ। ਤੇ ਆਹ ਵਾਲਾ ਸੈਂਟੈਂਸ ਇੱਥੋਂ ਹੀ ਚੱਕ ਲਓ, ਹੀ ਦੀ ਇੱਚ ਛੋਟੀ ਕਰ ਲਓ ਤੇ ਉਸ ਤੋਂ ਬਾਅਦ ਆ ਸਾਰਾ ਸੈਂਟੈਂਸ ਐਂ ਬਣੇਗਾ। ਤਾਂ ਪੂਰਾ ਸੈਂਟੈਂਸ ਕੀ ਬਣ ਜਾਏਗਾ ਕਿ ਅਕਬਰ ਵਾਜ਼ ਸੋ ਫੌਂਡ ਆਫ ਸਪੋਰਟ that he often left the palaces on long hunting trips। ਸਿੰਪਲ। ਤਾਂ ਇਹ ਇਸ ਤਰੀਕੇ ਦੇ ਨਾਲ ਆਪਣਾ ਇਹ ਸੈਂਟੈਂਸ ਹੋ ਗਿਆ। ਇੱਕ ਮੈਂ ਤੁਹਾਨੂੰ ਹੋਰ ਕਰਕੇ ਦਿਖਾਣਾ, ਚਲੋ ਸੈਕਿੰਡ ਫੇਰ ਆਪਾਂ ਦੇਖਦੇ ਹਾਂ ਕਿ ਅਕਬਰ's memory was remarkable, he could keep a very large number of facts in his mind। ਗੱਲਾਂ ਉਹੀ ਨੇ ਜੋ ਚੈਪਟਰ ਚੋਂ ਆਈਆਂ ਨੇ, ਦੋ ਅਲੱਗ-ਅਲੱਗ ਸੈਂਟੈਂਸ ਨੇ, ਆਪਾਂ ਨੇ ਸੋ ਦੈਟ ਦੇ ਨਾਲ ਇਹਨੂੰ ਜੋੜ ਦੇਣਾ, ਪੈਰ ਆਫ ਕੰਜੰਕਸ਼ਨ ਦੇ ਨਾਲ ਇੱਕ ਸੈਂਟੈਂਸ ਬਣਾ ਦੇਣਾ। ਕਿਵੇਂ ਬਣਾਵਾਂਗੇ? ਅਕਬਰ's memory was, ਇੱਥੇ ਹੁਣ ਦੇਖੋ ਵੈਰੀ ਨਹੀਂ ਲੱਗਿਆ ਹੋਇਆ, ਕੋਈ ਜ਼ਰੂਰੀ ਨਹੀਂ ਕਿ ਵੈਰੀ ਲੱਗਿਆ ਹੋਇਆ। ਆਪਾਂ ਸੋ ਐਂਡ ਵੈਰੀ ਕਿੱਥੇ ਲਗਾਉਂਦੇ ਆ? ਇੱਕ ਤਰ੍ਹਾਂ ਦੇ ਵਿਸ਼ੇਸ਼ਣ ਨੇ, ਹੈ ਨਾ, ਇਹ ਆਪਾਂ ਕਿਸੇ ਨਾਉਨ ਦੇ ਅੱਗੇ ਲਗਾਉਂਦੇ। ਤਾਂ ਇੱਥੇ ਹੁਣ ਐਡਜੈਕਟਿਵ ਦੇ ਅੱਗੇ ਵੀ ਲਗਾ ਸਕਦੇ। ਤਾਂ ਅਕਬਰ's memory was so remarkable, ਹੁਣ ਰਿਮਾਰਕੇਬਲ ਮੈਮਰੀ ਨੂੰ ਮੋਡੀਫਾਈ ਕਰ ਰਿਹਾ ਹੈ, ਆਪਾਂ ਇਸ ਦੇ ਅੱਗੇ ਹੀ ਲਗਾ ਦੇਣਾ, ਰਿਮਾਰਕੇਬਲ ਦੇ ਅੱਗੇ। ਤਾਂ ਆਪਾਂ ਇਹ ਲਾਵਾਂਗੇ ਕਿ ਅਕਬਰ's memory was so remarkable, ਇੱਥੇ ਸੋ ਲਗਾ ਦਿਓ ਆ ਚੀਜ਼ ਤੇ, ਠੀਕ ਹੈ, ਰਿਮਾਰਕੇਬਲ ਤੋਂ ਪਹਿਲਾਂ। ਉਸ ਤੋਂ ਬਾਅਦ ਦੈਟ ਲਗਾ ਦਿਓ, ਦੈਟ, ਉਸ ਤੋਂ ਬਾਅਦ ਇੱਥੋਂ ਚੱਕ ਲਓ, ਹੀ ਨੂੰ ਆਪਾਂ ਇੱਚ ਛੋਟੀ ਕਰ ਦਿਓ, ਬਾਕੀ ਸਾਰਾ ਸੈਂਟੈਂਸ ਹੀ ਚੱਕ ਲਓ। ਤਾਂ ਪੂਰਾ ਸੈਂਟੈਂਸ ਕੀ ਬਣ ਗਿਆ? Akbar's memory was remarkable that he could keep a very large number of facts in his mind। ਤਾਂ ਮੈਨੂੰ ਇੱਕ ਵਾਰੀ ਬੇਟਾ ਦੱਸੋ ਕਿ ਇਹ ਤੁਹਾਨੂੰ ਸਮਝ ਆਏ ਜਿਹੜੇ ਮੈਂ ਦੋ ਕਰਵਾਏ ਨੇ ਕਿ ਕੁਝ ਪੱਲੇ ਨਹੀਂ ਪਏ? ਮੈਂ ਇੱਕ ਵਾਰੀ ਫੇਰ ਦੱਸਾਂ। ਹਾਂਜੀ ਦੱਸੋ ਜੀ, ਇੱਕ ਮਿੰਟ ਆਪਣੀ ਸਾਰੇ ਰਿਐਕਸ਼ਨ ਦਿਓ। ਪਤਾ ਲੱਗਿਆ? ਹਾਂਜੀ ਸਰ ਸਮਝ ਆ ਗਈ। ਓਕੇ ਹੀ ਨੇ। ਜਸਵਿੰਦਰ, ਖੁਸ਼ਪ੍ਰੀਤ, ਲਵਪ੍ਰੀਤ ਬੇਟਾ ਦੱਸੋ। ਸਰ ਸਮਝ ਗਏ। ਸੁਖਦੀਪ, ਹਾਂਜੀ ਸਰ। ਚਲੋ ਹਾਂਜੀ ਸਰ। ਠੀਕ ਹੈ, ਓਕੇ। ਆਸਾਨ ਹੀ ਹੈ ਬੇਟਾ, ਕੋਈ ਔਖਾ ਨਹੀਂ ਹੈ, ਤੁਸੀਂ ਈਜ਼ੀਲੀ ਇਹਨਾਂ ਨੂੰ ਕਰ ਸਕਦੇ ਹੋ। ਬੜੇ ਈਜ਼ੀ ਨੇ, ਇੰਟਰਸਟਿੰਗ ਨੇ, ਇਹਨਾਂ ਨੂੰ ਕਰਕੇ ਦੇਖਿਓ, ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਮੈਂ ਤਾਂ ਹੈਗਾ ਹੀ ਹਾਂ, ਤੁਸੀਂ ਜਸਟ ਮੈਨੂੰ ਜਿਹੜਾ ਤੁਹਾਨੂੰ ਸੈਂਟੈਂਸ ਸਮਝ ਨਹੀਂ ਆਇਆ ਉਹ ਦੋਨੇ ਮੈਨੂੰ ਤੁਸੀਂ WhatsApp ਕਰੋ, ਮੈਂ ਉਹਦਾ ਆਨਸਰ ਤੁਹਾਨੂੰ ਨਾਲ ਦੀ ਨਾਲ ਲਿਖ ਕੇ ਭੇਜ ਦੂੰਗਾ ਕਿ ਆ ਐਵੇਂ ਆਏਗਾ। ਲੇਕਿਨ ਕਰਵਾਉਣ ਨੂੰ ਬੇਟਾ ਮੈਂ ਸਾਰੇ ਕਰਵਾ ਸਕਦਾ, ਮੈਂ ਚਾਹੁੰਦਾ ਕਿ ਤੁਸੀਂ ਖੁਦ ਕਰੋ, ਬਿਕੋਜ਼ ਇਹ ਹੈ ਕਿ ਇਹਨਾਂ ਨਾਲ ਨਾ ਪ੍ਰੈਕਟਿਸ ਹੁੰਦੀ ਹੈ। ਗ੍ਰਾਮਰ ਇੱਕ ਐਸੀ ਚੀਜ਼ ਹੈ ਜਿੰਨੀ ਜ਼ਿਆਦਾ ਆਪਾਂ ਕਰਾਂਗੇ ਉਨਾ ਜ਼ਿਆਦਾ ਪਤਾ ਲੱਗੂਗਾ।
ਆਸਾਨ ਹੈ। ਵੈਰੀ ਦਾ ਧਿਆਨ ਰੱਖੋ, ਦੇਖੋ ਆ ਵੈਰੀ ਆਂਦਾ ਕਈਆਂ ਚ ਆਪਾਂ ਉਹਦੀ ਥਾਂ ਤੇ ਸੋ ਲਾ ਦੇਣਾ, ਐਂਡ ਚ ਦੈਟ ਲਾ ਕੇ ਦੂਜਾ ਸੈਂਟੈਂਸ ਚੱਕ ਲੈਣਾ। ਲੇਕਿਨ ਜਦੋਂ ਦੂਸਰਾ ਸੈਂਟੈਂਸ ਚੱਕਣਾ ਤਾਂ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਹੈ, ਇਹ ਚ ਵੱਡੀ ਨਹੀਂ ਪਾਣੀ, ਕਿਉਂਕਿ ਦੂਸਰੇ ਸੈਂਟੈਂਸ ਦਾ ਪਹਿਲਾ ਅੱਖਰ ਵੱਡਾ ਹੈ ਨਾ। ਜੇ ਆਪਾਂ ਵੱਡਾ ਪਾਵਾਂਗੇ ਤਾਂ ਫਿਰ ਕੀ ਹੋਊਗਾ ਕਿ ਫਿਰ ਤਾਂ ਆਪਾਂ ਨੇ ਉਹੀ ਕੋਈ ਗ੍ਰਾਮੈਟਿਕਲੀ ਐਰਰ ਕਰਤੀ। ਆਪਾਂ ਨੇ ਇਹੋ ਜਿਹਾ ਕੰਮ ਨਹੀਂ ਕਰਨਾ, ਗ੍ਰਾਮਰ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਤਾਂ ਇਹ ਤੁਸੀਂ ਕਰਕੇ ਦੇਖਿਓ। ਇਹ ਸਾਡੀ ਸੈਕਿੰਡ ਐਕਸਰਸਾਈਜ਼ ਹੈ ਚੈਪਟਰ ਦੀ। ਤੇ ਹੁਣ ਅਸੀਂ ਇੱਕ ਹੋਰ ਐਕਸਰਸਾਈਜ਼ ਕਰਦੇ ਹਾਂ, ਬਿਲਕੁਲ ਇਸੇ ਤਰ੍ਹਾਂ ਦੀ ਬੇਟਾ ਐਕਸਰਸਾਈਜ਼ ਹੈ। ਤੇ ਲੁੱਕ ਐਟ ਦੀ ਸੈਂਟੈਂਸਿਸ। ਥਰਡ ਜਿਹੜੀ ਹੈ ਐਕਸਰਸਾਈਜ਼ ਹੈ ਕਿ ਫਲੈਮਿੰਗ ਹੈਡ, ਦੇਖੋ ਦੋ ਸੈਂਟੈਂਸ ਫੇਰ ਦਿੱਤੇ ਹੋਏ ਤੁਹਾਨੂੰ। ਫਲੈਮਿੰਗ ਹੈਡ ਸਚ ਐਨ ਐਪੀਟਾਈਟ ਫॉर ਨੌਲੇਜ दैट ही लर्नड वेरी फास्ट। ਪਹਿਲਾਂ ਆਪਾਂ ਪਹਿਲੇ ਸੈਂਟੈਂਸ ਨੂੰ ਦੇਖਦੇ ਹਾਂ। ਇਹ ਵਾਲਾ ਸੈਂਟੈਂਸ ਦੇਖੋ ਪੂਰਾ ਚੈਪਟਰ ਚੋਂ ਆਇਆ, ਆਪਾਂ ਪੜਿਆ ਹੋਇਆ ਕਿ ਫਲੈਮਿੰਗ ਦੀ ਇਸ ਤਰ੍ਹਾਂ ਦੀ ਐਪੀਟਾਈਟ ਸੀ। ਮੈਂ ਤੁਹਾਨੂੰ ਐਪੀਟਾਈਟ ਬੜਾ ਡਿਟੇਲ ਸਮਝਾਇਆ ਸੀਗਾ ਕਿ ਐਪੀਟਾਈਟ ਨੂੰ ਕੀ ਕਿਹਾ ਜਾਂਦਾ ਜਦੋਂ ਮੈਂ ਚੈਪਟਰ ਤੁਹਾਨੂੰ ਐਕਸਪਲੇਨ ਕੀਤਾ। ਸਿੰਪਲ ਐਪੀਟਾਈਟ ਦਾ ਮਤਲਬ ਹੁੰਦਾ ਹੈ ਭੁੱਖ, ਹੈ ਨਾ। ਤਾਂ ਫਲੈਮਿੰਗ ਨੂੰ ਨੌਲੇਜ ਦੀ ਇੰਨੀ ਭੁੱਖ ਸੀ, ਗਿਆਨ ਦਾ ਇੰਨਾ ਉਹਦੇ ਅੰਦਰ ਭੁੱਖ ਸੀਗੀ ਕਿ ਉਹ ਬੜੀ ਜਲਦੀ ਸਿੱਖਿਆ। ਤਾਂ ਜੇ ਬੇਟਾ ਤੁਸੀਂ ਦੇਖੋ ਇੱਥੇ ਫਿਰ ਦੈਟ ਲੱਗਿਆ ਹੋਇਆ ਹੈ ਨਾ, ਉਸ ਤੋਂ ਬਾਅਦ ਆਹ ਹੀ ਲਰਨਡ ਵੈਰੀ ਫਾਸਟ ਦੂਜਾ ਸੈਂਟੈਂਸ ਲੱਗਿਆ। ਹੁਣ ਤੁਸੀਂ ਇੱਥੇ ਲੱਭਣ ਦੀ ਕੋਸ਼ਿਸ਼ ਕਰੋ, ਇੱਥੇ ਸੋ ਨਹੀਂ ਆਇਆ ਲੇਕਿਨ ਸੱਚ ਆਇਆ। ਤਾਂ ਇੱਥੇ ਵੀ ਪੈਰ ਆਫ ਕੰਜੰਕਸ਼ਨ ਯੂਜ਼ ਹੋਇਆ, ਲੇਕਿਨ ਇੱਥੇ ਸੋ ਦੈਟ ਯੂਜ਼ ਨਹੀਂ ਹੋਇਆ, ਇੱਥੇ ਯੂਜ਼ ਹੋਇਆ ਸੱਚ ਦੈਟ। ਤਾਂ ਇਹ ਵੀ ਇੱਕ ਕੰਜੰਕਸ਼ਨ ਦਾ ਜੋੜਾ ਹੈ, ਪੈਰ ਆਫ ਕੰਜੰਕਸ਼ਨ ਹੈ, ਯੋਜਕ ਹੈ ਜੋ ਦੋ ਸੈਂਟੈਂਸਿਸ ਨੂੰ ਜੋੜ ਰਿਹਾ। ਉੱਪਰ ਆਪਾਂ ਬੇਟਾ ਸੋ ਦੈਟ ਲਗਾਇਆ ਸੀ, ਨੀਚੇ ਸੱਚ ਦੈਟ ਹੈ, ਤੇ ਇਹ ਇਕੱਠੇ ਆਉਂਦੇ ਨੇ। ਜੇ ਆਪਾਂ ਨੇ ਸੋ ਦੈਟ ਲਗਾਣਾ ਹੈ ਤਾਂ ਇਹ ਨਹੀਂ ਹੈ ਕਿ ਆਪਾਂ ਸੋ ਦੇ ਨਾਲ ਕੋਈ ਹੋਰ ਲਗਾ ਦਾਂਗੇ, ਸੋ ਦੇ ਨਾਲ ਦੈਟ ਹੀ ਲੱਗੂਗਾ ਜੇ ਆਪਾਂ ਨੇ ਪੈਰ ਆਫ ਕੰਜੰਕਸ਼ਨ ਯੂਜ਼ ਕਰਨਾ। ਇਸੇ ਤਰ੍ਹਾਂ ਜੇ ਆਪਾਂ ਸੱਚ ਦੇ ਨਾਲ ਤੇ ਪਿੱਛੇ ਕੋਈ ਹੋਰ ਉਹਦਾ ਨਾਲ ਦਾ ਜੋੜਾ ਲਗਾਣਾ ਹੈ ਤਾਂ ਉਹ ਦੈਟ ਹੀ ਲੱਗੂਗਾ। ਇਹ ਇਕੱਠੇ ਹੀ ਆਉਂਦੇ ਨੇ, ਸੋ ਦੈਟ ਸੱਚ ਦੈਟ। ਤੇ ਮਤਲਬ ਉਹੀ ਹੈ, ਸੇਮ ਹੀ ਆਲਮੋਸਟ ਦੋਨਾਂ ਦਾ, ਸੋ ਦੈਟ ਤੇ ਸੱਚ ਦੈਟ ਦਾ। ਤੇ ਹੁਣ ਦੇਖੋ ਸੈਕਿੰਡ ਦੇਖੋ ਕੀ ਹੈ ਕਿ ਫਲੈਮਿੰਗ ਐਂਡ ਹਿਸ ਫੈਲੋ ਸਾਇੰਟਿਸਟ ਹੈਜ਼ ਗੇਨਡ such confidence in the effectiveness of this new drug that they wanted to try it on human beings। ਤਾਂ ਹੁਣ ਦੇਖੋ ਇਹਦੇ ਵਿੱਚ ਦੇਖੋ ਬੇਟਾ ਕੀ ਹੋਇਆ ਕਿ ਸੱਚ ਫੇਰ ਆਇਆ ਹੈ ਨਾ, ਸੱਚ ਕੌਨਫੀਡੈਂਸ ਤੋਂ ਕੇ ਸੱਚ ਆ ਗਿਆ, ਦੈਟ ਫੇਰ ਆ ਗਿਆ ਜੋ ਸਬਜੈਕਟ ਦੇ ਅੱਗੇ ਆ ਰਹੇ ਹੈ। ਤਾਂ ਇੱਥੇ ਵੀ ਸੱਚ ਦੈਟ ਯੂਜ਼ ਹੋਇਆ। ਇਹ ਵਾਲਾ ਸੈਂਟੈਂਸ ਵੀ ਸਾਡੇ ਚੈਪਟਰ ਚੋਂ ਲਿਆ ਗਿਆ ਕਿ ਫਲੈਮਿੰਗ ਤੇ ਉਸ ਦੇ ਨਾਲ ਦੇ ਸਾਥੀਆਂ ਨੂੰ ਇੰਨਾ ਜ਼ਿਆਦਾ ਕੌਨਫੀਡੈਂਸ ਆ ਗਿਆ ਸੀ, ਆਪਣੇ ਤੇ ਵਿਸ਼ਵਾਸ ਆ ਗਿਆ ਸੀ, ਡਰਗ ਦੀ ਇਫੈਕਟਿਵਨੈਸ ਤੇ ਵਿਸ਼ਵਾਸ ਆ ਗਿਆ ਸੀ ਕਿ ਉਹਨਾਂ ਨੇ ਇਸ ਨੂੰ ਹਿਊਮਨ ਤੇ ਮਨੁੱਖਾਂ ਤੇ ਟਰਾਈ ਕਰਨ ਦਾ ਸੋਚ ਲਿਆ, ਮਨ ਬਣਾਇਆ। ਪੂਰਾ ਸੈਂਟੈਂਸ ਇਹ ਦੇਖਣ ਨੂੰ ਬੇਟਾ ਵੱਡੇ ਸਾਰੇ ਸੈਂਟੈਂਸਿਸ ਲੱਗਦੇ ਨੇ, ਹੁੰਦਾ ਕੁਝ ਨਹੀਂ ਇਹਨਾਂ 'ਚ। ਇਹ ਸਿਰਫ ਲਾ ਲਓ ਵੀ ਉਹੀ ਬੱਚੇ ਸਾਡੇ ਜਿਹੜੇ ਪੰਜਾਬੀ ਮੀਡੀਅਮ ਵਾਲੇ ਦੇਖ ਕੇ ਡਰ ਜਾਂਦੇ ਨੇ ਵੀ ਹੈ ਐਡੇ ਸੈਂਟੈਂਸ ਆ ਕੀ ਹੈ। ਕੁਝ ਨਹੀਂ ਹੈ ਬੇਟਾ, ਜੋੜ ਕੇ ਛੋਟੇ ਛੋਟੇ ਸੈਂਟੈਂਸਿਸ ਨੂੰ ਵੱਡੇ ਕਰ ਦਿੱਤਾ ਜਾਂਦਾ, ਹੋਰ ਕੁਝ ਨਹੀਂ ਹੈ। ਜੇ ਤੁਹਾਨੂੰ ਇਹ ਚੀਜ਼ ਆ ਗਈ, ਤੁਹਾਨੂੰ ਇਹ ਯਾਦ ਕਰਨੇ ਵੀ ਸੌਖੇ ਹੋ ਜਾਣਗੇ, ਤੁਹਾਨੂੰ ਆਪ ਤੁਸੀਂ ਇਹਨਾਂ ਨੂੰ ਬਣਾ ਵੀ ਸਕਦੇ ਹੋ ਆਪਣੇ ਆਨਸਰਸ ਦੇ ਵਿੱਚ। ਤਾਂ ਹੁਣ ਦੇਖੋ ਇਹ ਜਿਹੜੇ ਪਹਿਲਾ ਵਾਲਾ ਸੈਂਟੈਂਸ ਹੈ ਇਹਨੂੰ ਤੋੜ ਕੇ ਇਹਨਾਂ ਨੇ ਐ ਲਿਖਤਾ ਕਿ ਫਲੈਮਿੰਗ ਹੈਡ ਅ ਵੈਰੀ ਗ੍ਰੇਟ ਐਪੀਟਾਈਟ ਫॉर ਨੌਲੇਜ। ਹੁਣ ਇੱਥੇ ਸੱਚ ਦੀ ਥਾਂ ਤੇ ਇਹਨਾਂ ਨੇ ਵੈਰੀ ਪਾ ਲਿਆ, ਹੈ ਨਾ। ਤੇ ਉਸ ਤੋਂ ਬਾਅਦ ਦੂਸਰਾ ਸੈਂਟੈਂਸ ਇਹਨਾਂ ਨੇ ਐਂ ਚੱਕ ਲਿਆ, ਹੀ ਲਰਨਡ ਵੈਰੀ ਫਾਸਟ ਦੈਟ ਤੋਂ ਬਾਅਦ ਵਾਲਾ ਸੇਮ। ਤਾਂ ਯਾਨੀ ਕਿ ਜੇ ਆਪਾਂ ਉਲਟਾ ਕਰੀਏ, ਇਹਨਾਂ ਦੋਨਾਂ ਸੈਂਟੈਂਸਿਸ ਨੂੰ ਆਪਾਂ ਇੱਕ ਬਣਾਉਣਾ ਹੋਵੇ, ਸੱਚ ਦੈਟ ਨੂੰ ਯੂਜ਼ ਕਰਦੇ ਹੋਏ, ਤਾਂ ਆਪਾਂ ਬਣਾ ਲਾਂਗੇ, ਨਹੀਂ ਹੋਊਗਾ ਨਾ। ਸੇਮ ਇਸੇ ਤਰ੍ਹਾਂ ਦੂਸਰੇ ਸੈਂਟੈਂਸ ਨੂੰ, ਜਿਹੜਾ ਦੂਸਰਾ ਸੈਂਟੈਂਸ ਹੈ ਇਹਨੂੰ ਇਹਨਾਂ ਨੇ ਐਵੇਂ ਤੋੜ ਕੇ ਲਿਖ ਲਿਆ ਕਿ ਫਲੈਮਿੰਗ ਐਂਡ ਹਿਸ ਫੈਲੋ ਸਾਇੰਟਿਸਟ ਹੈਡ ਗੇਨਡ ਵੈਰੀ ਗ੍ਰੇਟ ਕੌਨਫੀਡੈਂਸ ਇਨ ਦਾ ਇਫੈਕਟਿਵਨੈਸ ਆਫ ਦਿਸ ਨਿਊ ਡਰਗ। ਇਹਨਾਂ ਨੇ ਕੀ ਕਰਿਆ, ਠੀਕ ਹੈ, ਇਹਨਾਂ ਨੇ ਦੋ ਸੈਂਟੈਂਸਿਸ ਦੇ ਵਿੱਚ ਤੋੜ ਲਿਆ। ਦੂਜਾ ਇਹਨਾਂ ਨੇ ਬਣਾ ਲਿਆ ਵਾਲਾ, ਦੇ ਵਾਂਟਡ ਟੂ ਟਰਾਈ ਇਟ ਔਨ ਹਿਊਮਨ ਬੀਇੰਗਸ। ਤਾਂ ਜਦੋਂ ਆਪਾਂ ਇਹਨਾਂ ਦੋਨਾਂ ਨੂੰ ਇਕੱਠਾ ਕਰਾਂਗੇ ਤਾਂ ਉੱਪਰ ਵਾਲਾ ਸੈਂਟੈਂਸ ਬਣ ਜਾਏਗਾ, ਜਿਹੜਾ ਆ ਵਾਲਾ, ਇਹ ਵਾਲਾ ਸੈਂਟੈਂਸ ਬਣ ਜਾਏਗਾ। ਤਾਂ ਸੱਚ ਦੈਟ ਨਾਲ ਇਸ ਤਰ੍ਹਾਂ ਇੱਕ ਸੈਂਟੈਂਸ ਬਣ ਗਿਆ। ਤਾਂ ਦੋ ਸੈਂਟੈਂਸਿਸ ਨੂੰ ਜੋੜ ਕੇ ਸੱਚ ਦੈਟ ਬਣਾ ਲਿਆ। ਤਾਂ ਹੁਣ ਸਾਨੂੰ ਕੀ ਕਿਹਾ ਗਿਆ, ਦੇਖੋ ਸਭ ਤੋਂ ਇਹ ਜਿਹੜੀ ਤੁਹਾਡੀ ਬੁੱਕ ਹੈ ਨਾ, ਇਹ ਵਾਲੀ ਬੜੀ ਵਧੀਆ ਬੁੱਕ ਹੈ। ਇਹ ਐਕਸਰਸਾਈਜ਼ਸ ਜੇ ਤੁਸੀਂ ਕਰੋ ਮਨ ਨਾਲ ਤਾਂ ਬਹੁਤ ਅੱਛਾ ਹੈ, ਪ੍ਰੈਕਟਿਸ ਹੁੰਦੀ ਹੈ, ਮਨ ਵੀ ਲੱਗਦਾ ਹੈ ਤੇ ਇੰਗਲਿਸ਼ ਵੀ ਸਮਝ ਆਉਂਦੀ ਹੈ। ਹੁਣ ਇਹਨਾਂ ਨੇ ਕੀ ਕਿਹਾ ਕਿ ਦੋ ਸੈਂਟੈਂਸਿਸ ਸਾਨੂੰ ਸਮਝਾਤੇ। ਹੁਣ ਕਹਿੰਦੇ ਕੰਬਾਈਨ ਦਾ ਫੋਲੋਇੰਗ ਪੈਅਰਸ ਆਫ ਸੈਂਟੈਂਸਿਸ ਯੂਜ਼ਿੰਗ ਸੱਚ ਦੈਟ, ਯਾਨੀ ਕਿ ਸੱਚ ਦੈਟ ਨੂੰ ਯੂਜ਼ ਕਰਦੇ ਹੋਏ ਤੁਸੀਂ ਆ ਜਿਹੜੇ ਅੱਗੇ 5 ਸੈਂਟੈਂਸਿਸ ਦਿੱਤੇ ਹੋਏ ਹੈ ਇਹਨਾਂ ਨੂੰ ਕਰਕੇ ਦਿਖਾਓ। ਤਾਂ ਬੇਟਾ ਇੱਕ ਦੋ ਮੈਂ ਸਮਝਾਉਣ ਲੱਗਿਆ। ਜਿਵੇਂ ਪਹਿਲਾ ਹੈ, ਕਹਿੰਦੇ ਅਕਬਰ ਹੈਡ ਰਿਮਾਰਕੇਬਲ ਮੈਮਰੀ, ਹੀ ਵਾਸ ਏਬਲ ਟੂ ਕੀਪ ਅ ਵੈਰੀ ਲਾਰਜ ਨੰਬਰ ਆਫ ਫੈਕਟ ਇਨ ਹਿਸ ਮਾਈਂਡ। ਸਿੰਪਲ ਗੱਲ ਹੈ, ਅਕਬਰ ਦੀ ਮੈਮਰੀ ਬੜੀ ਸ਼ਾਨਦਾਰ ਸੀ, ਬਹੁਤ ਸਾਰੀਆਂ ਚੀਜ਼ਾਂ ਆਪਣੇ ਮਾਈਂਡ 'ਚ ਬੜੀ ਦੇਰ ਤੱਕ ਯਾਦ ਰੱਖਦਾ ਸੀ। ਦੋ ਅਲੱਗ-ਅਲੱਗ ਸੈਂਟੈਂਸ ਆਪਾਂ ਨੇ ਇਹਨਾਂ ਨੂੰ ਕੀ ਕਰਨਾ ਹੈ, ਇੱਕ ਸੈਂਟੈਂਸ ਬਣਾਉਣਾ ਹੈ।
ਤਾਂ ਆਪਾਂ ਕੀ ਕਰਾਂਗੇ, ਸੱਚ ਦੈਟ ਲਗਾਉਣਾ ਹੈ। ਤਾਂ ਸੱਚ ਪਹਿਲੇ ਚ ਲਾਵਾਂਗੇ, ਦੈਟ ਦੂਜੇ ਲਾਵਾਂਗੇ। ਹੈਡ ਜਿਹੜਾ ਸੱਚ ਹੈ ਸੋ ਹੈ, ਇਹਨੂੰ ਆਪਾਂ ਨੇ ਕਿਸੇ ਐਡਜੈਕਟਿਵ ਦੇ ਅੱਗੇ ਲਗਾਉਣਾ ਹੁੰਦਾ, ਤਾਂ ਆਪਾਂ ਇੱਥੇ ਲਗਾ ਦਾਂਗੇ ਅਕਬਰ ਹੈਡ ਤੋਂ ਬਾਅਦ ਇੱਥੇ ਲਗਾ ਦਾਂਗੇ ਸੱਚ। ਅਕਬਰ ਹੈਡ ਸੱਚ ਰਿਮਾਰਕੇਬਲ ਮੈਮਰੀ, ਉਸ ਤੋਂ ਬਾਅਦ ਆਪਾਂ ਦੈਟ ਲਗਾ ਦਾਂਗੇ। ਠੀਕ ਹੈ, ਸੈਂਟੈਂਸ ਖਤਮ ਹੋ ਗਿਆ। ਸੈਂਟੈਂਸ ਖਤਮ ਹੋਣ ਤੇ ਦੂਜੇ ਸੈਂਟੈਂਸ ਤੋਂ ਸ਼ੁਰੂ ਚ ਆਪਾਂ ਦੈਟ ਲਗਾ ਦਾਂਗੇ, ਤੇ ਆ ਹੀ ਦਾ ਐਚ ਛੋਟਾ ਕਰਕੇ ਬਾਕੀ ਸਾਰਾ ਸੈਂਟੈਂਸ ਇਹੀ ਚੱਕ ਕੇ ਲਿਖ ਦਾਂਗੇ। ਤਾਂ ਸਾਡਾ ਸੈਂਟੈਂਸ ਕੀ ਬਣ ਗਿਆ, ਅਕਬਰ ਹੈਡ ਸੱਚ ਰਿਮਾਰਕੇਬਲ ਮੈਮਰੀ that he was able to keep a very large number of facts in his mind. ਸਿੰਪਲ। ਇੱਕ ਹੋਰ ਕਰਕੇ ਦੇਖਦੇ ਹਾਂ, ਤੀਸਰਾ ਕਹਿੰਦੇ I have a very bad headache, I cannot do any work now. ਇਹ ਬਾਹਰੋਂ ਆਇਆ, ਚੈਪਟਰ ਚੋਂ ਨਹੀਂ ਆਇਆ ਹੈ। ਕਹਿੰਦੇ ਮੇਰਾ ਬੜਾ ਹੀ ਮੈਨੂੰ ਸਿਰ 'ਚ ਬਹੁਤ ਜ਼ਿਆਦਾ ਦਰਦ ਹੈ, ਮੈਂ ਹੁਣ ਕੰਮ ਨਹੀਂ ਕਰ ਸਕਦਾ। ਤਾਂ ਪੰਜਾਬੀ 'ਚ ਆਪਾਂ ਇਹਨੂੰ ਕੀ ਕਹਾਂਗੇ, ਵੀ ਮੇਰੇ ਸਿਰ 'ਚ ਇੰਨਾ ਦਰਦ ਹੈ ਮੈਂ ਹੁਣ ਕੰਮ ਨਹੀਂ ਕਰ ਸਕਦਾ, ਜੇ ਆਪਾਂ ਇਹਨੂੰ ਸਿੰਪਲ ਪੰਜਾਬੀ ਦੇ ਵਿੱਚ ਆਪਾਂ ਬਣਾਉਣਾ ਹੋਵੇ। ਲੇਕਿਨ ਆਪਾਂ ਪੰਜਾਬੀ ਨਹੀਂ ਨਾ ਪੜ੍ਹ ਰਹੇ, ਆਪਾਂ ਤਾਂ ਇੰਗਲਿਸ਼ ਪੜ੍ਹ ਰਹੇ ਹਾਂ, ਤਾਂ ਸਮਝ ਲਈ ਦੱਸਿਆ ਵਾ। ਤਾਂ ਆਪਾਂ ਕੀ ਕਰਾਂਗੇ, ਆਪਾਂ ਨੇ ਸੱਚ ਦੈਟ ਬਣਾਉਣਾ ਹੈ, ਤਾਂ I have ਤੋਂ ਬਾਅਦ ਸੱਚ ਲਗਾ ਦਿਓ। I have such a very ਕੱਟ ਦਿਓ, ਠੀਕ ਹੈ, ਕਿਉਂਕਿ ਵੈਰੀ ਨਹੀਂ ਨਾ ਲਗਾਉਣਾ, ਵੈਰੀ ਤੇ ਸੱਚ ਆਪਾਂ ਦੋਨੇ ਇਕੱਠੇ ਨਹੀਂ ਲਗਾ ਸਕਦੇ, ਹੈ ਨਾ। ਵੈਰੀ ਤਾਂ ਕੱਟ ਕੇ ਲਗਾਉਣਾ ਆਪਾਂ ਨੇ। ਤਾਂ I have such a, ਸੱਚ ਤੋਂ ਬਾਅਦ ਇਹ ਪੈਂਦਾ, ਇਹ ਧਿਆਨ ਰੱਖਿਓ, ਵੈਰੀ ਦੇ ਅੱਗੇ ਇਹ ਪੈਂਦਾ, ਇਹਦੇ ਪਿੱਛੇ ਇਹ ਪੈਂਦਾ। ਤਾਂ I have such a bad headache, ਉਸ ਤੋਂ ਬਾਅਦ ਦੈਟ ਲਗਾ ਦਿਓ, ਆ ਕੋਟਸ ਕਾਰਡਸ ਕੱਟ ਦਿਓ, ਠੀਕ ਹੈ। that I cannot do any work now, I ਆਪਾਂ ਵੱਡੀਓ ਪਾਵਾਂਗੇ, ਵੱਡੀਓ ਪਈ ਹੁੰਦੀ ਹੈ ਨਾ, I ਨੂੰ ਆਪਾਂ ਛੋਟੀ ਨਹੀਂ ਕਰਦੇ ਹੁੰਦੇ। ਤਾਂ I cannot do any work now, I have such a bad headache that I cannot do any work now. ਸਿੰਪਲ। ਮੈਨੂੰ ਉਮੀਦ ਹੈ ਬੇਟਾ ਕਿ ਤੁਹਾਨੂੰ ਇਹ ਵੀ ਸਮਝ ਆ ਗਏ ਹੋਣਗੇ। ਇੱਕ ਵਾਰੀ ਫੇਰ ਤੁਹਾਨੂੰ ਮੈਂ ਤੁਹਾਡੀ ਜਰਾ ਮੈਂ ਲੈ ਲਾਂ ਰਿਸਪੌਂਸਿਸ ਵੀ ਕਿਵੇਂ ਲੱਗੇ, ਦੱਸੋ ਜੀ। ਸੱਚ ਦੈਟ ਵਾਲੇ ਹੋ ਜਾਣਗੇ? ਹਾਂਜੀ ਸਰ। ਹਾਂਜੀ ਸਰ। ਲਵਪ੍ਰੀਤ, ਲੜਕੇ ਵੀ ਬੋਲਣ ਬਈ, ਕੁੜੀਆਂ ਬੋਲੀ ਜਾਂਦੀਆਂ ਨੇ। ਲਵਪ੍ਰੀਤ ਦੱਸੋ। ਜਿੱਥੇ ਜੀ ਵੈਰੀ ਹੈਗਾ ਉੱਥੇ ਕੀ ਲੱਗਣਾ ਜੀ? ਜੇ 100 ਹੈ ਤਾਂ 100 ਲਾਓ ਬੇਟਾ, ਜੇ ਸੱਚ ਹੈ ਸੱਚ ਲਾਓ। ਵੈਰੀ ਤਾਂ ਕੱਟਣਾ ਹੈ ਨਾ ਆਪਾਂ ਨੇ। ਵੈਰੀ ਤੇ ਸੱਚ ਦਾ ਮਤਲਬ ਇੱਕੋ ਹੀ ਹੈ। ਵੈਰੀ ਦਾ ਮਤਲਬ ਜੇ ਕੋਈ ਪੰਜਾਬੀ 'ਚ ਦੇਖੋ ਕੀ ਹੈ, ਕਿ ਮੈਂ ਇੰਨਾ ਜ਼ਿਆਦਾ ਮੇਰੇ ਸਿਰ 'ਚ ਦਰਦ ਹੈ, ਇੰਨਾ ਜ਼ਿਆਦਾ ਸਿਰ 'ਚ ਦਰਦ ਹੈ ਕਿ ਮੈਂ ਕੰਮ ਨਹੀਂ ਕਰ ਸਕਦਾ। ਇੰਨਾ ਜ਼ਿਆਦਾ, ਇੰਨੇ ਦੀ ਇੰਗਲਿਸ਼ ਵੈਰੀ ਵੀ ਹੈ, ਇੰਨੇ ਦੀ ਇੰਗਲਿਸ਼ ਸੱਚ ਵੀ ਹੈ, ਠੀਕ ਹੈ ਨਾ। ਤਾਂ ਆਪਾਂ ਦੋਨੇ ਨਹੀਂ ਨਾ ਲਾਵਾਂਗੇ। ਆਪਾਂ ਪੰਜਾਬੀ 'ਚ ਐ ਥੋੜੀ ਕਹਾਂਗੇ ਮੇਰੇ ਸਿਰ 'ਚ ਇੰਨਾ ਦਰਦ ਹੈ, ਇੰਨਾ ਥੋੜੀ ਕਰਾਂਗੇ ਆਪਾਂ, ਹੈ ਨਾ। ਸਿੰਪਲ ਗੱਲ ਹੈ ਬੇਟਾ, ਇਹਨੂੰ ਪੰਜਾਬੀ ਨਾਲ ਰਿਲੇਟ ਕਰਕੇ ਦੇਖੋ। ਆਪਾਂ ਦੋ ਚੀਜ਼ਾਂ ਇਕੱਠੀਆਂ ਨਹੀਂ ਲਗਾ ਸਕਦੇ, ਤਾਂ ਆਪਾਂ ਇੱਕੋ ਚੀਜ਼ ਲਗਾਵਾਂਗੇ, ਜਾਂ ਵੈਰੀ ਲਗਾਵਾਂਗੇ, ਜਾਂ ਉਸ ਤੋਂ ਜੇ ਆਪਾਂ ਨੇ ਸੋ ਦੈਟ ਲਗਾਉਣਾ ਹੈ ਸੋ ਲਗਾਵਾਂਗੇ, ਜਾਂ ਵੈਰੀ ਦੀ ਥਾਂ ਤੇ ਆਪਾਂ ਸੱਚ ਲਗਾਵਾਂਗੇ। ਉਮੀਦ ਹੈ ਬੇਟਾ ਕਲੀਅਰ ਹੋ ਗਈ ਹੋਣੀ ਗੱਲ ਇਹ। ਤੇ ਕਰਕੇ ਦੇਖੋ ਬੇਟਾ, ਜਦੋਂ ਤੁਸੀਂ ਆਪ ਕਰਕੇ ਦੇਖੋਗੇ ਨਾ, ਦੇਖੋ ਜਦੋਂ ਮੈਂ ਸਮਝਾ ਰਿਹਾ ਹੁੰਦਾ ਉਸ ਟਾਈਮ ਗੱਲ ਕੁਝ ਹੋਰ ਹੁੰਦੀ ਹੈ, ਲੇਕਿਨ ਜਦੋਂ ਆਪ ਕਰੋਗੇ ਤੁਸੀਂ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਇਹ। ਤਾਂ ਮੈਨੂੰ ਉਮੀਦ ਹੈ ਬੇਟਾ ਕਿ ਤੁਹਾਨੂੰ ਐਕਸਰਸਾਈਜ਼ ਦੋਨੇ ਸਮਝ ਆ ਗਈਆਂ ਹੋਣੀਆਂ। ਐਕਸਰਸਾਈਜ਼ਸ ਬੜੀਆਂ ਇੰਟਰਸਟਿੰਗ ਨੇ, ਅੱਜ ਸਾਰੀਆਂ ਮੈਂ ਪੜ੍ਹ ਕੇ ਦੇਖੀਆਂ ਪਹਿਲਾਂ ਤੁਹਾਨੂੰ ਪੜ੍ਹਾਉਣ ਤੋਂ, ਤਾਂ ਮੈਨੂੰ ਲੱਗਿਆ ਕਿ ਅੱਛੀਆਂ ਨੇ। ਤੁਸੀਂ ਕਰਕੇ ਦੇਖਿਓ। ਦੇਖੋ ਕੱਲ ਦੀ ਛੁੱਟੀ ਵੀ ਹੈ, ਤੁਹਾਡੇ ਕੋਲੇ 2 ਦਿਨ ਹੈ, ਤਾਂ ਮੈਂ ਅੱਜ ਤੁਹਾਨੂੰ 3-4 ਐਕਸਰਸਾਈਜ਼ਸ ਕਰਾ ਰਹੇ ਹਾਂ, ਤਾਂ ਤੁਸੀਂ ਇਹ ਸਾਰੀਆਂ ਕਰਕੇ ਦੇਖਿਓ, ਤੇ ਉਸ ਤੋਂ ਬਾਅਦ ਮੈਨੂੰ ਉਹਦੀਆਂ ਪਿਕਸ ਜ਼ਰੂਰ ਭੇਜਿਓ। ਜੇ ਕੋਈ ਵੀ ਪ੍ਰੋਬਲਮ ਹੈ, ਐਨੀ ਪ੍ਰੋਬਲਮ, ਤਾਂ ਤੁਸੀਂ ਮੈਨੂੰ WhatsApp ਤੇ ਲਿਖ ਕੇ ਪੂਰਾ ਕੁਐਸਚਨ, ਤੇ ਉਹ ਫਿਰ ਮੈਨੂੰ ਭੇਜਿਓ, ਮੈਂ ਆਨਸਰ ਦਊਂਗਾ। ਦੇਖੋ ਐਨੀ ਤੁਹਾਨੂੰ ਕਰਨੀ ਪਊਗੀ ਹਿੰਮਤ, ਕਿ ਤੁਸੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਪੁੱਛੋ। ਇੱਕ ਨਾਲ ਹੀ ਬੇਟਾ 4th ਐਕਸਰਸਾਈਜ਼ ਬੜੀ ਇੰਟਰਸਟਿੰਗ ਹੈ, ਵੀ ਵਧੀਆ ਹੈ। ਦੇਖੋ ਇਹ 'ਚ ਕੀ ਹੈ, ਪਹਿਲਾਂ ਨਾ ਇਹ ਪੂਰੀ ਬੁੱਕ ਦੇ ਵਿੱਚ ਜਦੋਂ ਵੀ ਤੁਹਾਨੂੰ ਕੋਈ ਐਕਸਰਸਾਈਜ਼ ਦੱਸੀ ਜਾਂਦੀ ਹੈ, ਉਸ ਤੋਂ ਪਹਿਲਾਂ ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਐਵੇਂ ਕਰੋ। ਹੁਣ ਦੇਖੋ ਇਹਦੇ 'ਚ ਕੀ ਹੈ, ਇਹ ਦੇਖਣ ਨੂੰ ਐਂ ਲੱਗਦਾ ਜਿਵੇਂ ਪਤਾ ਨਹੀਂ ਮੈਥ ਵਰਗਾ ਟੇਬਲ ਹੈ, ਬਟ ਲੇਕਿਨ ਹੈ ਬੜਾ ਵਧੀਆ। ਦੇਖੋ ਇਹ ਜਿਹੜਾ ਇਟ ਹੈ, ਇਹ ਸਾਰੇ ਸੈਂਟੈਂਸਿਸ ਦੇ ਵਿੱਚ ਕਾਮਨ ਹੈ, ਇਸੇ ਤਰ੍ਹਾਂ ਦੈਟ ਵੀ ਕਾਮਨ ਹੈ। ਜੇ ਆਪਾਂ ਇਹਨੂੰ ਐਂ ਕਰੀਏ, ਪਹਿਲਾਂ ਆਪਾਂ ਇਟ ਨੂੰ ਇਹਦੇ ਨਾਲ ਜੋੜੀਏ ਕਿ ਇਟ ਵਾਸ ਬਾਈ ਚਾਂਸ, ਫਿਰ ਉਹਦੇ ਨਾਲ ਆਪਾਂ ਦੈਟ ਲਗਾ ਦਈਏ, ਫਿਰ ਐਂ ਕਰੀਏ, ਹੈ ਨਾ, ਇਸ ਤਰ੍ਹਾਂ। ਤਾਂ ਇਹ ਕੀ ਬਣ ਗਿਆ, ਤਾਂ ਪੂਰਾ ਸੈਂਟੈਂਸ ਬਣ ਗਿਆ, ਇਟ ਵਾਸ ਬਾਈ ਚਾਂਸ ਦੈਟ ਦਾ ਮੋਲਡ ਹੈਡ ਡ੍ਰੌਪਡ ਔਨ ਦਾ ਕਲਚਰ। ਤਾਂ ਇਹ ਸੈਂਟੈਂਸ ਕਿੱਥੋਂ ਆਇਆ, ਆਪਣੇ ਚੈਪਟਰ ਚੋਂ ਆਇਆ। ਦੂਸਰਾ ਦੇਖੋ, ਇਟ ਵਾਸ ਫਲੈਮਿੰਗਸ ਅਲਰਟਨੈਸ, ਹੁਣ ਇਹਨੂੰ ਇਹਦੇ ਨਾਲ ਜੋੜ ਦੋ ਪਿੱਛੇ ਦੈਟ, ਫਿਰ ਇਹਦੇ ਨਾਲ that had led him to the great discovery. ਫਿਰ it had not been known that any of these molds could destroy bacteria. It looked certain that the man would not recover. ਇਹ ਸਾਰੇ ਦੇ ਚਾਰੇ ਸੈਂਟੈਂਸਿਸ ਜੇ ਤੁਸੀਂ ਯਾਦ ਕਰੋ, ਮੈਂ ਤੁਹਾਨੂੰ ਪਿਛਲੇ 3 ਲੈਕਚਰਸ ਦੇ ਵਿੱਚ ਇਹਨਾਂ ਦੇ ਮਤਲਬ ਦੱਸੇ ਨੇ, ਇਹ ਚੈਪਟਰ ਦੇ ਵਿੱਚੋਂ ਹੀ ਆਏ ਨੇ। ਲੇਕਿਨ ਹੁਣ ਇਹਨਾਂ ਨੇ ਤੁਹਾਨੂੰ ਸਮਝਾਇਆ ਕਿ ਸੈਂਟੈਂਸਿਸ ਬਣੇ ਕਿਵੇਂ ਨੇ। ਤਾਂ ਇਹ ਚੀਜ਼ ਹੈ, ਇਹੀ ਚੀਜ਼ ਇਲੈਕਟਿਵ 'ਚ ਹੈ ਬੇਟਾ, ਜੋ ਸਾਨੂੰ ਇਦਾਂ ਦੀਆਂ ਜਿਹੜੀਆਂ ਐਕਸਰਸਾਈਜ਼ਸ ਨੇ ਕੰਪਲਸਰੀ 'ਚ ਦੇਖਣ ਨੂੰ ਨਹੀਂ ਮਿਲਦੀ, ਇੰਗਲਿਸ਼ ਕੰਪਲਸਰੀ 'ਚ।
ਤਾਂ ਇਹੀ ਫਰਕ ਹੈ ਇੰਗਲਿਸ਼ ਇਲੈਕਟਿਵ ਤੇ ਇੰਗਲਿਸ਼ ਕੰਪਲਸਰੀ ਚ। ਇਦਾਂ ਦੀਆਂ ਐਕਸਰਸਾਈਜ਼ ਸਾਡੇ ਚੈਪਟਰਸ ਦੇ ਵਿੱਚ ਨਹੀਂ ਆਉਂਦੀਆਂ ਕੰਪਲਸਰੀ, ਲੇਕਿਨ ਤੁਹਾਨੂੰ ਆਉਂਦੀਆਂ ਤਾਂ ਤੁਹਾਨੂੰ ਕਰਨੀਆਂ ਚਾਹੀਦੀਆਂ। ਤਾਂ ਇਹਦੇ ਵਿੱਚ ਬੇਟਾ ਕੀ ਕਰਿਆ ਹੋਇਆ ਹੈ, ਉਹੀ ਦੋ ਸੈਂਟੈਂਸਿਸ ਅਲੱਗ-ਅਲੱਗ ਹੈ, ਲੇਕਿਨ ਉਹਨਾਂ ਨੂੰ ਜੋੜਿਆ ਗਿਆ ਕਿਵੇਂ, ਇਟ ਇਜ਼ ਨਾਲ ਜਾਂ ਇਟ ਵਾਜ਼ ਨਾਲ। ਠੀਕ ਹੈ, ਇਟ ਇਜ਼, ਇਟ ਵਾਜ਼, ਇਸ ਤਰ੍ਹਾਂ, ਤੇ ਪਿੱਛੇ ਦੈਟ ਲਗਾਇਆ ਹੋਇਆ, और कुछ नहीं है। वन सेंटेंस बनाता अपन ने, कंबाइन ईच ऑफ द फॉलोइंग पेयर्स ऑफ सेंटेंसेस इनटू वन सेंटेंस। ਤਾਂ ਇਹਨਾਂ ਨੇ ਇੱਕ ਕਰਕੇ ਦਿਖਾਇਆ ਵੀ ਹੈ, ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਆ ਜਿਹੜੇ ਨੀਚੇ ਵਾਲੇ ਸੈਂਟੈਂਸਿਸ ਹੈ ਇਹਨਾਂ ਨੂੰ ਕਰਕੇ ਦਿਖਾਓ। ਤਾਂ ਪਹਿਲਾਂ ਇਹਨਾਂ ਨੇ ਕਰਕੇ ਦਿਖਾਇਆ, ਜਿਵੇਂ ਪਹਿਲੇ ਜੇ these children are alive today, this is because of you। ਉਹਨੇ ਦੋ ਅਲੱਗ-ਅਲੱਗ ਸੈਂਟੈਂਸਿਸ ਹੈ, ਲੇਕਿਨ ਆਪਾਂ ਨੇ ਇਹਨੂੰ ਇਟ ਇਜ਼ ਦੇ ਹਿਸਾਬ ਨਾਲ ਤੇ ਦੈਟ ਦੇ ਹਿਸਾਬ ਨਾਲ, ਇਟ ਇਜ਼ ਮੂਰੇ ਲਗਾਵਾਂਗੇ ਜਾਂ ਤਾਂ ਇਟ ਇਜ਼ ਲਗਾ ਲਓ ਜਾਂ ਇਟ ਵਾਜ਼ ਲਗਾ ਲਓ ਮੂਰੇ, ਅਕੋਰਡਿੰਗ ਟੂ ਦਾ ਪ੍ਰੈਜ਼ੈਂਟ ਔਰ ਪਾਸਟ ਦੇ ਹਿਸਾਬ ਨਾਲ। ਪਿੱਛੇ ਆਪਾਂ ਨੇ ਦੈਟ ਲਗਾਣਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਨੇ ਇਹ ਸੈਂਟੈਂਸਿਸ ਬਣਾਉਣੇ ਆ। ਤਾਂ ਹੁਣ ਆਹ ਵਾਲਾ ਆਪਣੇ ਬਣਿਆ ਕਿ ਇਸ ਤਰੀਕੇ ਨਾਲ ਆਪਾਂ ਨੇ ਬਣਾਉਣਾ। ਹੁਣ ਇਹਨਾਂ ਨੇ ਕਿਵੇਂ ਬਣਾਇਆ, ਬਿਕੋਜ਼ ਇਹ ਪ੍ਰੈਜ਼ੈਂਟ ਟੈਂਸ ਹੈ, ਆਰ ਲੱਗਿਆ ਹੋਇਆ, ਤਾਂ ਆਪਾਂ ਇੱਥੇ ਸ਼ੁਰੂ ਕਰ ਲਿਆ ਇਟ ਇਜ਼ ਬਿਕੋਜ਼ ਆਫ ਯੂ। ਦੇਖੋ ਦੂਜਾ ਸੈਂਟੈਂਸ ਪਹਿਲਾਂ ਚੱਕ ਲਿਆ ਇਹਨਾਂ ਨੇ, ਇਟ ਇਜ਼ ਬਿਕੋਜ਼ ਆਫ ਯੂ, ਫਿਰ ਦੈਟ ਲਗਾ ਕੇ ਉੱਪਰਲਾ ਸੈਂਟੈਂਸ ਕਰ ਲਿਆ। ਥੋੜਾ ਜਿਹਾ ਫਰਕ ਹੈ ਉੱਪਰ ਵਾਲਿਆਂ ਨਾਲੋਂ। ਉੱਪਰ ਆਪਾਂ ਕੀ ਕਰ ਰਹੇ ਸੀ, ਉੱਪਰ ਆਪਾਂ ਪਹਿਲੇ ਵਾਲੇ ਸੈਂਟੈਂਸ 'ਚ ਪਹਿਲਾਂ ਆਪਾਂ ਸੱਚ ਜਾਂ ਸੋ ਲਗਾ ਰਹੇ ਸੀ ਤੇ ਦੈਟ ਲਗਾ ਕੇ ਦੂਸਰਾ ਸੈਂਟੈਂਸ ਪਿੱਛੇ ਲਗਾ ਰਹੇ ਸੀ। ਇਹਦੇ 'ਚ ਥੋੜਾ ਜਿਹਾ ਹੋਰ ਤਰੀਕੇ ਨਾਲ ਹੈ, ਇਹਦੇ 'ਚ ਆਪਾਂ ਨੇ ਦੂਸਰਾ ਸੈਂਟੈਂਸ ਪਹਿਲਾਂ ਲਗਾਉਣਾ, ਬਸ ਆਹੀ ਇਹ 'ਚ ਘੁੰਡੀ ਔਰ ਕੁਝ ਨਹੀਂ ਹੈਗਾ। ਤੇ ਦੇਖੋ ਇਟ ਇਜ਼ ਆਪਾਂ ਮੂਰੇ ਲਗਾਤਾ ਹੈ ਨਾ, ਇੱਥੇ ਦਿਸ ਇਜ਼ ਲੱਗਿਆ ਸੀ, ਦਿਸ ਦੀ ਥਾਂ ਤੇ ਆਪਾਂ ਨੇ ਇਟ ਲਗਾਤਾ। ਦੇਖੋ ਇਸ ਦਾ ਇਜ਼ ਰਹਿਣ ਦਿੱਤਾ। ਉਸ ਤੋਂ ਬਾਅਦ ਜਦੋਂ ਆਹ ਸੈਂਟੈਂਸ ਇੱਥੇ ਖਤਮ ਹੋ ਗਿਆ, ਆਪਾਂ ਦੈਟ ਲਗਾ ਕੇ ਆਹ ਵਾਲਾ ਜਿਹੜਾ ਉੱਪਰ ਵਾਲਾ ਸੈਂਟੈਂਸ ਸੀ ਉਹਦੇ ਪਿੱਛੇ ਲਗਾਤਾ। ਕੁਝ ਵੀ ਨਹੀਂ ਹੈਗਾ ਕਰਨ ਨੂੰ ਇਹਦੇ 'ਚ, ਤਾਂ ਸਾਡਾ ਪੂਰਾ ਸੈਂਟੈਂਸ ਬਣ ਗਿਆ, ਜੋੜਾ ਬਣ ਗਿਆ, ਜੋੜੇ ਦਾ ਇੱਕ ਸੈਂਟੈਂਸ ਬਣ ਗਿਆ। ਹੁਣ ਦੂਸਰਾ ਆਪਾਂ ਕਰਕੇ ਦੇਖਦੇ ਹਾਂ। ਦੇਖੋ ਕਹਿੰਦੇ ਵੀ ਸ਼ੁਡ ਗਰੋ ਆਲ ਦਾ ਫੂਡ ਵੀ ਨੀਡ ਇਨ ਅਵਰ ਕੰਟਰੀ। ਹੁਣ ਇਹ ਬਾਹਰੋਂ ਆਇਆ, ਠੀਕ ਹੈ ਸੈਂਟੈਂਸ, ਦਿਸ ਇਜ਼ ਵੈਰੀ ਨੈਸੈਸਰੀ। ਇਹਦੀ ਪੰਜਾਬੀ ਮੈਂ ਦੱਸ ਦਿੰਦਾ ਕਿ ਪਹਿਲੇ ਦੀ ਹੈ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਸਾਰਾ ਭੋਜਨ ਜਿਹੜਾ ਹੈ ਉਸਨੂੰ ਗਰੋ ਕਰਨਾ ਚਾਹੀਦਾ, ਜਿਸ ਦੀ ਸਾਡੇ ਦੇਸ਼ ਨੂੰ ਜ਼ਰੂਰਤ ਹੈ, ਤੇ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦਿਸ ਇਜ਼ ਵੈਰੀ ਨੈਸੈਸਰੀ, ਇਹ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰੀ। ਤਾਂ ਬੇਟਾ ਇੱਥੇ ਦਿਸ ਹੈ, ਆਪਾਂ ਇਜ਼ ਲੱਗਿਆ ਹੋਇਆ ਤਾਂ ਆਪਾਂ ਪ੍ਰੈਜ਼ੈਂਟ ਟੈਂਸ ਤਾਂ ਆਪਾਂ ਕੀ ਕਰਾਂਗੇ, ਇਟ ਲਗਾ ਦਾਂਗੇ ਦਿਸ ਦੀ ਥਾਂ ਤੇ, ਇਟ ਦੇ ਪਿੱਛੇ ਇਜ਼ ਲਗਾ ਦਾਂਗੇ, ਇਟ ਇਜ਼ ਵੈਰੀ ਨੈਸੈਸਰੀ ਪਾ ਦਾਂਗੇ। ਠੀਕ ਹੈ, ਸੇਮ ਕੁਝ ਨਹੀਂ ਕਰਿਆ ਆਪਾਂ ਨੇ। ਉਸ ਤੋਂ ਬਾਅਦ ਪਿੱਛੇ ਆਪਾਂ ਦੈਟ ਲਗਾ ਦਾਂਗੇ, ਦੈਟ ਲਗਾ ਕੇ ਆ ਜਿਹੜੀ ਵੀ ਹੈ ਇਹਦੀ ਵੀ ਦੀ ਡਬਲਿਊ ਛੋਟੀ ਕਰਕੇ ਬਾਕੀ ਸਾਰਾ ਸੈਂਟੈਂਸ ਇਹੀ ਚੱਕ ਕੇ ਲਗਾ ਦਾਂਗੇ ਪਿੱਛੇ। ਕਲੀਅਰ ਆਂਸਰ ਤਿਆਰ ਹੋ ਗਿਆ ਸਾਡਾ। ਕੀ ਬਣ ਗਿਆ, ਇਟ ਇਜ਼ ਵੈਰੀ ਨੈਸੈਸਰੀ that we should grow all the food we need in our country, full stop, ਖਤਮ। ਕੀ ਔਖਾ ਇਹਦੇ 'ਚ, ਇੱਕ ਹੋਰ ਕਰਕੇ ਦੇਖਦੇ ਹਾਂ, ਠੀਕ ਹੈ, ਤੇ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਇੰਟਰਸਟਿੰਗ ਹੈ ਬੇਟਾ ਐਕਸਰਸਾਈਜ਼, ਔਖਾ ਕੁਝ ਨਹੀਂ ਹੈਗਾ, ਬਸ ਜਸਟ ਇੰਨਾ ਹੈ ਕਿ ਤੁਸੀਂ ਕਰੋਗੇ ਤਾਂ ਜ਼ਿਆਦਾ ਪਤਾ ਲੱਗੂਗਾ। ਕਰਕੇ ਦੇਖਿਓ। ਫੋਰਥ ਕਰਕੇ ਦੇਖਦੇ ਹਾਂ ਜੀ, ਬਾਹਰੋਂ ਆਇਆ ਇਹ, ਕਹਿੰਦੇ ਦਾ ਪ੍ਰਿਜ਼ਨਰ ਵਾਜ਼ ਨਾਟ ਗਿਲਟੀ। ਪ੍ਰਿਜ਼ਨਰ ਕਿਹਨੂੰ ਕਿਹਾ ਜਾਂਦਾ, ਕੈਦੀ ਨੂੰ। ਗਿਲਟੀ ਦਾ ਮਤਲਬ ਕਸੂਰਵਾਰ, ਕੈਦੀ ਕਸੂਰਵਾਰ ਨਹੀਂ ਸੀ। ਦਿਸ ਬਿਕੇਮ ਕਲੀਅਰ ਟੂ ਦਾ ਜੱਜ, ਇਹ ਜੱਜ ਨੂੰ ਕਲੀਅਰ ਹੋ ਗਿਆ, ਜ਼ਾਹਿਰ ਹੋ ਗਿਆ, ਪਤਾ ਲੱਗ ਗਿਆ ਜੱਜ ਨੂੰ। ਹੁਣ ਇਹਦੇ 'ਚ ਆਪਾਂ ਕਿਵੇਂ ਕਰਨਾ, ਹੁਣ ਦੋ ਸੈਂਟੈਂਸਿਸ ਲੱਗ ਨੇ, ਆਪਾਂ ਨੇ ਇਕੱਠਾ ਕਰਨਾ, ਜੋੜਨਾ। ਤਾਂ ਸਾਨੂੰ ਕੀ ਕਿਹਾ, ਕੰਡੀਸ਼ਨ ਕੀ ਹੈ ਕਿ ਅਸੀਂ ਇਟ ਨਾਲ ਸਟਾਰਟ ਕਰਨਾ ਤੇ ਦੂਸਰੇ ਸੈਂਟੈਂਸ ਤੋਂ ਸਟਾਰਟ ਕਰਨਾ ਹੈ ਨਾ। ਤਾਂ ਅਸੀਂ ਆਹ ਦਿਸ ਦੀ ਥਾਂ ਤੇ ਇਟ ਲਗਾ ਲਾਂਗੇ ਪਹਿਲਾਂ ਤਾਂ, ਇਟ। ਓਕੇ ਓਕੇ, ਹੁਣ ਦੇਖੋ ਬਿਕਮ ਬਿਕੇਮ, ਬਿਕਮ ਬਿਕੇਮ ਸੈਕਿੰਡ ਵਰਬ ਹੈ। ਸੈਕਿੰਡ ਵਰਬ ਹਮੇਸ਼ਾ ਕਿਹਦੇ ਲਈ ਯੂਜ਼ ਹੁੰਦੀ ਹੈ ਬੇਟਾ, ਪਾਸਟ ਟੈਂਸ ਲਈ ਯੂਜ਼ ਹੁੰਦੀ ਹੈ। ਬਿਕਮ ਬਿਕੇਮ, ਬਿਕਮ ਵਰਬ ਦੀਆਂ ਫਾਰਮਸ ਹੁੰਦੀਆਂ ਨੇ, ਤਾਂ ਬਿਕੇਮ ਦੂਜੀ ਵਰਬ ਲੱਗੀ ਹੈ ਇੱਥੇ। ਆਪਾਂ ਇੱਥੇ ਚਾਹੇ ਛੋਟਾ ਜਿਹਾ ਲਿਖ ਲਓ ਕਿ ਵਰਬ ਦੀ ਦੂਸਰੀ ਫਾਰਮ ਲੱਗੀ ਹੈ। ਜੇ ਵਰਬ ਦੀ ਪਹਿਲੀ ਫਾਰਮ ਲੱਗੀ ਹੁੰਦੀ ਫਿਰ ਤਾਂ ਸਾਡਾ ਪ੍ਰੈਜ਼ੈਂਟ ਟੈਂਸ ਹੋ ਜਾਂਦਾ। ਹੁਣ ਇਹ ਵਰਬ ਦੀ ਸੈਕਿੰਡ ਫਾਰਮ ਲੱਗੀ ਹੈ, ਸਾਡਾ ਪਾਸਟ ਟੈਂਸ ਹੋ ਗਿਆ। ਤਾਂ ਇੱਥੇ ਤੁਸੀਂ ਬਿਕੇਮ ਹੀ ਲਗਾਓ, ਇੱਥੇ ਬਿਕੇਮ ਲਗਾ ਸਕਦੇ ਹੋ ਤੁਸੀਂ। ਇਟ ਬਿਕੇਮ ਕਲੀਅਰ ਟੂ ਦਾ ਜੱਜ, ਪੂਰਾ ਸੈਂਟੈਂਸ ਲਿਖ ਲਓ, ਕਲੀਅਰ ਟੂ ਦਾ ਜੱਜ ਲਿਖ ਕੇ ਤੇ ਫਿਰ ਦੈਟ ਲਗਾ ਕੇ ਪਿੱਛੇ, ਦੈਟ ਲਗਾ ਕੇ ਫਿਰ ਤੁਸੀਂ ਆ ਪੂਰੇ ਦਾ ਪੂਰਾ ਸੈਂਟੈਂਸ ਲਿਖ ਦਿਓ, ਟੀ ਛੋਟੀ ਕਰ। ਇਟ ਬਿਕੇਮ ਕਲੀਅਰ ਟੂ ਦਾ ਜੱਜ that the prisoner was not guilty। ਬਸ ਸਮਝ ਆ ਗਈ ਗੱਲ ਜੀ। ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਅਨਮਿਊਟ ਕਰਦਾ ਤੇ ਦੱਸੋ ਵੀ ਇਹਦੇ 'ਚ ਕੋਈ ਦਿੱਕਤ ਤਾਂ ਨਹੀਂ ਹੈ, ਜੇ ਹੈ ਤਾਂ ਦੱਸੋ ਬੇਟਾ, ਬਾਕੀ ਹੋ ਜਾਣਗੇ। ਹਾਂਜੀ ਨਾ ਜੀ ਸਰ, ਕੋਈ ਹੈ ਦਿੱਕਤ? ਨੋ ਸਰ। ਅੱਛਾ, ਇੰਟਰਸਟਿੰਗ ਲੱਗੇ ਇਹ ਸਾਰੀਆਂ ਚੀਜ਼ਾਂ, ਵਧੀਆ ਲੱਗੀਆਂ? ਹਾਂਜੀ ਸਰ। ਹਾਂਜੀ ਸਰ।
ਇਹ ਪਹਿਲਾਂ 9th 10th ਚ ਕਦੇ ਕਰੀਆਂ ਨੇ ਇਹ ਪੈਰ ਆਫ ਸੈਂਟੈਂਸਿਸ ਇਸ ਤਰ੍ਹਾਂ ਦੇ ਨਾ ਕਰੇ? ਜੀ, नो सर। ਨਹੀਂ ਕਰੇ ਹੈਗੇ ਸੀ ਵੈਸੇ ਪੈਰ ਆਫ ਸੈਂਟੈਂਸਿਸ ਬਹੁਤ ਥੋੜੇ ਜਿਹੇ ਹੁੰਦੇ ਨੇ ਗ੍ਰਾਮਰ ਚ, ਲੇਕਿਨ ਹੁੰਦੇ ਨੇ। ਚਲੋ ਕੋਈ ਗੱਲ ਨਹੀਂ ਬੇਟਾ, ਹੁਣ ਕਰ ਲੈ, ਦੀਪਕ ਸਰ ਤੋਂ ਕਰ ਲੈ, ਇੱਕੋ ਗੱਲ ਹੀ ਹੈ। ਠੀਕ ਹੈ ਜੀ, ਤੇ ਇਹ ਕਰਕੇ ਦੇਖਿਓ ਬੇਟਾ। ਜੇ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨੂੰ ਪੁੱਛਿਓ ਕਿ ਸਰ ਕਿਵੇਂ ਹੋਣਗੇ, ਮੈਂ ਦੱਸ ਦੂੰਗਾ ਤੁਹਾਨੂੰ। ਇੱਕ ਹੋਰ ਕਰਦੇ ਹਾਂ ਜੀ, ਆਪਣੇ ਕੋਲੇ ਅੱਜ ਟਾਈਮ ਹੈ, ਤੇ ਕਿਉਂਕਿ ਕੱਲ ਦੀ ਤੁਹਾਨੂੰ ਛੁੱਟੀ ਵੀ ਹੈ, ਮੈਂ ਕੋਸ਼ਿਸ਼ ਇਹੀ ਕਰੂੰਗਾ ਕਿ ਤੁਹਾਡੇ ਕੋਲੇ ਇੰਨਾ ਕੰਮ ਹੋਵੇ ਕਿ ਤੁਸੀਂ ਉਸ ਦੇ ਵਿੱਚ ਆਪਣਾ ਟਾਈਮ ਯੂਟਿਲਾਈਜ਼ ਕਰ ਸਕੋ। 5th ਬੇਟਾ ਫਿਲ ਇਨ ਦੀ ਬਲੈਂਕਸ ਆਉਂਦੀਆਂ ਨੇ, ਇਹ ਹਰ ਚੈਪਟਰ 'ਚ ਹੀ ਆਉਂਦੀਆਂ ਨੇ, ਮੈਂ ਹਰ ਵਾਰੀ ਕਰਾਉਣਾ ਹੁੰਦਾ ਤੁਹਾਨੂੰ। ਕਈ ਸਾਰੀਆਂ ਹੁੰਦੀਆਂ ਨੇ, 5-5 6-6 ਹੁੰਦੀਆਂ ਨੇ ਇਹ, ਤੇ ਮੈਂ ਤੁਹਾਨੂੰ ਇਹ ਕਹਿਣਾ ਹੁੰਦਾ ਕਿ ਫਿਲ ਇਨ ਦੀ ਬਲੈਂਕਸ ਕਰਿਆ ਕਰੋ, ਬਿਕੋਜ਼ ਇਹਦੇ ਨਾਲ ਕੀ ਹੁੰਦਾ, ਸਾਡਾ ਬੇਟਾ ਫਲੋ ਬਣਦਾ ਇੰਗਲਿਸ਼ ਦਾ। ਜਿਵੇਂ ਹੁਣ ਤੁਸੀਂ, ਮੈਂ ਤੁਹਾਨੂੰ ਸਾਰਾ ਚੈਪਟਰ ਕਰਾਇਆ, ਉਹਦੇ ਸਾਰੇ ਵਰਡਸ ਗਲੋਸਰੀ ਦੇ ਤੁਸੀਂ ਮੇਰੇ ਤੋਂ ਸਮਝੇ ਨੇ, ਉਹਨਾਂ ਦੇ ਮਤਲਬ ਵੀ ਆਪਣੇ ਨੋਟਬੁੱਕਸ ਤੇ ਲਿਖੀਆਂ ਨੇ। ਲੇਕਿਨ ਗੱਲ ਇਹ ਆ ਜਾਂਦੀ ਹੈ, ਜੇ ਆਪਾਂ ਉਹਨੂੰ ਸਿਰਫ ਨੋਟਬੁੱਕਸ ਤੱਕ ਹੀ ਰੱਖ ਦਈਏ ਉਹ ਗਲੋਸਰੀ ਨੂੰ, ਫਿਰ ਉਹਦਾ ਕੋਈ ਫਾਇਦਾ ਨਹੀਂ। ਆਪਣੀ ਕੋਸ਼ਿਸ਼ ਕੀ ਹੈ ਕਿ ਆਪਾਂ ਉਸ ਨੂੰ ਯੂਜ਼ ਕਰੀਏ, ਆਪਾਂ ਉਸ ਦੀ ਵਾਰ-ਵਾਰ ਰਿਵੀਜ਼ਨ ਕਰੀਏ, ਤਾਂ ਸਾਨੂੰ ਉਹ ਯਾਦ ਰਹੂਗੀ, ਅਦਰਵਾਈਜ਼ ਯਾਦ ਨਹੀਂ ਰਹਿਣੀ। ਹੁਣ ਦੇਖੋ, ਇਹ ਸਾਰੀਆਂ ਫਿਲ ਇਨ ਦੀ ਬਲੈਂਕਸ ਆਈ ਥਿੰਕ 4-5 ਨੇ। ਆ ਏ ਆ ਇੱਕ, ਠੀਕ ਹੈ, ਉਸ ਤੋਂ ਬਾਅਦ ਫਿਰ ਆ ਬੀ ਆ ਗਈ ਜੀ, ਉਸ ਤੋਂ ਬਾਅਦ ਆ ਗਈ ਤੁਹਾਡੀ ਸੀ, ਓਕੇ, ਫਿਰ ਆ ਗਈ ਤੁਹਾਡੀ ਡੀ, ਫਿਰ ਆ ਗਈ ਤੁਹਾਡੀ ਈ। ਆਈ ਥਿੰਕ 5-5 ਐਕਸਰਸਾਈਜ਼ਸ ਹੁੰਦੀਆਂ, ਐਫ ਵੀ ਹੈ ਜੀ, ਈ ਵੀ ਆ ਗਈ, ਐਫ ਵੀ ਆ ਗਈ। ਹੁਣ ਇਹਦੇ ਵਿੱਚ ਕੀ ਹੈ ਬੇਟਾ, ਫਿਲ ਇਨ ਦੀ ਬਲੈਂਕਸ ਦੇ ਵਿੱਚ ਜਿਹੜੇ ਤੁਹਾਨੂੰ ਉੱਪਰ ਵਰਡਸ ਦਿੱਤੇ ਹੋਏ ਨੇ, ਠੀਕ ਹੈ, ਐਫ ਤੱਕ ਨੇ, ਜੀ ਵੀ ਹੈ ਬੇਟਾ, ਤਾਂ ਕਾਫੀ ਪ੍ਰੈਕਟਿਸ ਲਈ ਬਹੁਤ ਕੁਝ ਹੈ, ਤਾਂ ਜੀ ਵੀ ਹੈ, ਤਾਂ ਜੀ ਤੱਕ ਦੇਖੋ ਬੇਟਾ ਐਕਸਰਸਾਈਜ਼ਸ ਨੇ। ਇਹ ਹੁੰਦਾ ਕੀ ਹੈ ਬੇਟਾ, ਇਹਦੇ ਚ ਨਾ ਤੁਹਾਨੂੰ ਜਿਵੇਂ ਹਰ ਐਕਸਰਸਾਈਜ਼ ਤੋਂ ਪਹਿਲਾਂ ਆ ਦੇਖੋ, ਤੁਹਾਨੂੰ ਇੱਕ ਪੂਰੀ ਲਿਸਟ ਦਿੱਤੀ ਹੁੰਦੀ ਹੈ ਵਰਡਸ ਦੀ। ਹੁਣ ਇਹਦੇ ਵਿੱਚ 9 ਵਰਡਸ ਨੇ, ਠੀਕ ਹੈ, ਤੇ ਇਹ ਜਿਹੜੇ ਵਰਡਸ ਨੇ, ਇਹ ਉਹੀ ਵਰਡਸ ਨੇ ਬੇਟਾ ਜਿਹੜੇ ਕਿੱਥੇ ਆਏ ਨੇ, ਤੁਹਾਡੇ ਚੈਪਟਰ ਚ ਆਏ ਨੇ। ਇਹ ਚੈਪਟਰ ਵਾਲੀ ਵਰਡਸ ਨੇ, ਤੁਸੀਂ ਕੋਈ ਵੀ ਵਰਡ ਚੱਕ ਲਓ, ਸੈਪਰੇਟ, ਕੌਨਫੀਡੈਂਸ, ਪ੍ਰੀਪੇਅਰਡ, ਪ੍ਰੋਬਲਮ, ਇਹ ਸਾਰੇ ਵਰਡ ਕਿੱਥੋਂ ਆਏ ਨੇ, ਤੁਹਾਡੇ ਚੈਪਟਰ ਚੋਂ ਆਏ ਨੇ। ਕਿਸੇ ਵੀ ਐਕਸਰਸਾਈਜ਼ ਦੇ ਚੱਕ ਲਓ, ਇਹ ਚੈਪਟਰ ਚੋਂ ਆਏ ਨੇ। ਇੰਡਿਸਪੈਂਸੇਬਲ, ਰਿਸਰਚਰਸ, ਇਫੈਕਟਿਵ, ਕੌਨਕੁਐਸਟ, ਕੱਲ ਦੱਸਿਆ ਸੀ ਤੁਹਾਨੂੰ ਇਹਦਾ ਮਤਲਬ, ਐਜ਼ ਅ ਰਿਜ਼ਲਟ ਆਫ। ਹੁਣ ਜਿਹੜੇ ਆ ਸੈਂਟੈਂਸਿਸ ਇਹਨਾਂ ਨੇ ਦਿੱਤੇ ਹੋਏ ਨੇ, ਇਹ ਬਾਹਰੋਂ ਆ ਗਏ। ਹੁਣ ਆਪਾਂ ਨੇ, ਜੇ ਸਾਨੂੰ ਇਹ ਸਾਰੇ ਵਰਡਸ ਆਉਂਦੇ ਨੇ, ਤਾਂ ਅਸੀਂ ਇਹਨਾਂ ਦੇ ਮਤਲਬ ਆਉਂਦੇ ਨੇ, ਤਾਂ ਅਸੀਂ ਇਹਨਾਂ ਚ ਆਪਾਂ ਸਪਲਾਈ ਕਰ ਸਕਦੇ ਹਾਂ ਨਾ, ਫਿਲ ਇਨ ਦੀ ਬਲੈਂਕਸ। ਚਲੋ ਆਪਾਂ ਇੱਕ ਐਕਸਰਸਾਈਜ਼ ਕਰਕੇ ਦੇਖਦੇ ਹਾਂ। ਡੀ ਐਕਸਰਸਾਈਜ਼ ਕਰ ਰਿਹਾ ਮੈਂ ਤੁਹਾਡੇ ਲਈ। ਕਹਿੰਦੇ ਸ਼੍ਰੀਧਰ ਹੈਜ਼ ਪ੍ਰੀਪੇਅਰਡ ਫॉर ਹਿਸ ਐਗਜ਼ਾਮੀਨੇਸ਼ਨ ਵੈਰੀ ਵੈਲ। ਸ਼੍ਰੀਧਰ ਨੇ ਆਪਣੇ ਪੇਪਰਾਂ ਦੀ ਬੜੀ ਤਿਆਰੀ ਕੀਤੀ, ਵੈਰੀ ਵੈਲ, ਐਂਡ ਆਈ ਹੈਵ ਪਰਫੈਕਟ ਦੈਟ ਹੀ ਵਿਲ ਟੇਕ ਅ ਫਸਟ ਕਲਾਸ। ਤੇ ਮੈਨੂੰ ਇਹ ਪੱਕਾ ਹੈ ਕਿ ਉਹ ਫਸਟ ਕਲਾਸ ਪ੍ਰਾਪਤ ਕਰੇਗਾ। ਪੱਕਾ ਵਿਸ਼ਵਾਸ ਹੈ ਨਾ, ਪੰਜਾਬੀ ਚ ਤਾਂ ਵਿਸ਼ਵਾਸ ਦੀ ਇੰਗਲਿਸ਼ ਕੀ ਹੈ, ਕੌਨਫੀਡੈਂਸ। ਤਾਂ ਇਹਦਾ ਮਤਲਬ ਜਿਹੜਾ ਸਾਡਾ ਪਹਿਲਾ ਆਨਸਰ ਹੈ ਕੌਨਫੀਡੈਂਸ ਪਊਗਾ ਜੀ, ਉਹ ਪਹਿਲੇ ਉਹਦੇ ਵਿੱਚ ਐਕਸਰਸਾਈਜ਼ ਚ ਇਹ ਪਏਗਾ ਜੀ, ਕੌਨਫੀਡੈਂਸ। ਇੱਥੇ ਤੁਸੀਂ ਕੌਨਫੀਡੈਂਸ ਪਾ ਸਕਦੇ ਹੋ ਪਹਿਲੇ ਚ। ਦੂਸਰਾ ਹੈ ਜੀ, the teacher gave the boys some hints and asked them to dash the hints into an essay. ਟੀਚਰ ਨੇ ਕੁਝ ਹਿੰਟਸ ਲੜਕਿਆਂ ਨੂੰ ਦਿੱਤੇ ਅਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਹਿੰਟਸ ਦੇ ਨਾਲ ਇੱਕ ਐਸੇ ਬਣਾਉਣ। ਕੀ ਆਏਗਾ ਜੀ, ਇਹ ਕੌਨਫੀਡੈਂਸ ਪਹਿਲੇ ਚ ਆ ਗਿਆ, ਇੱਥੇ ਆਏਗਾ ਡਿਵੈਲਪ, ਕਿ ਉਹ ਡਿਵੈਲਪ ਦਾ ਮਤਲਬ ਉਹ ਹਿੰਟਸ ਤੋਂ ਐਸੇ ਡਿਵੈਲਪ ਕਰਨ, ਡਿਵੈਲਪ ਆ ਜਾਏਗਾ। ਤੀਸਰਾ ਆ ਗਿਆ, the headmaster gave a long talk to the boys who were leaving the school. ਹੈਡਮਾਸਟਰ ਨੇ ਇੱਕ ਲੰਬੀ ਸਾਰੀ ਸਪੀਚ ਦਿੱਤੀ ਉਹਨਾਂ ਲੜਕਿਆਂ ਨੂੰ ਜੋ ਸਕੂਲ ਜਾ ਰਹੇ ਸੀਗੇ, ਉਹਦੀ ਕਲਾਸ ਪੂਰੀ ਹੋ ਗਈ। he gave them a lot of good advice. ਬਹੁਤ ਸਾਰੀਆਂ ਗੱਲਾਂ ਦੱਸੀਆਂ ਉਸਨੇ, ਚੰਗੀਆਂ ਐਡਵਾਈਸ ਦਿੱਤੀਆਂ। ਪਿੱਛੇ ਲਿਖਿਆ ਹੈ ਲਾਸਟ ਸੈਂਟੈਂਸ ਦੇ ਮੂਰੇ ਖਾਲੀ ਥਾਂ ਹੈ, he wished them success in their exams. ਤਾਂ ਉਹਨਾਂ ਨੇ ਐਗਜ਼ਾਮਸ ਦੇ ਲਈ ਸਕਸੈਸ ਦੀ ਕਾਮਨਾ ਕੀਤੀ। ਤਾਂ ਫਾਈਨਲੀ ਸ਼ਬਦ ਆ ਜਾਊਗਾ ਬੇਟਾ, ਤੀਸਰਾ ਜਿਹੜਾ ਹੈਗਾ ਉਹ ਫਾਈਨਲੀ ਆ ਜਾਊਗਾ, ਕਿ ਫਾਈਨਲੀ ਅੰਤ ਵਿੱਚ, ਹੈ ਨਾ, ਫਾਈਨਲੀ ਸ਼ਬਦ ਆ ਗਿਆ। ਫੋਰਥ ਆ ਗਿਆ ਜੀ, the power of speech is one of the things that distinguish dash beings from animals. ਕਹਿੰਦੇ ਜਿਹੜੀ ਸਪੀਚ ਦੀ ਇੱਕ ਸ਼ਕਤੀ ਹੈ, ਪਾਵਰ ਹੈ, ਉਹ ਇੱਕ ਅਜਿਹੀ ਚੀਜ਼ ਹੈ ਜਿਹੜੀ ਐਨੀਮਲਸ ਨਾਲੋਂ ਡੈਸ਼ ਨੂੰ ਡਿਸਟਿੰਗੁਇਸ਼ ਕਰਦੀ ਹੈ। ਡਿਸਟਿੰਗੁਇਸ਼ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਅਲੱਗ-ਅਲੱਗ ਕਰਦੀ ਹੈ। ਤਾਂ ਕੀ ਚੀਜ਼ ਕਰਦੀ ਹੈ ਕਿਸ ਚੀਜ਼ ਨੂੰ, ਕਿਹੜੀ ਚੀਜ਼ ਐਨੀਮਲਸ ਨਾਲ ਸਾਨੂੰ ਜੁਦਾ ਕਰਦੀ ਹੈ? ਹਿਊਮਨ। ਤਾਂ ਫੋਰਥ ਆਨਸਰ ਸਾਡਾ ਆਏਗਾ ਹਿਊਮਨ। ਠੀਕ ਹੈ ਜੀ। 5, I want to send these letters by today's post. If you can't type all of them dash take someone's help, the manager said to the typist. ਕਹਿੰਦੇ ਮੈਂ ਅੱਜ ਸਾਰੇ ਜਿਹੜੇ ਲੈਟਰਸ ਨੇ ਉਹਨਾਂ ਨੂੰ ਭੇਜਣਾ ਚਾਹੁੰਦਾ ਹੈ, ਜੇ ਤੂੰ ਟਾਈਪ ਨਹੀਂ ਕਰ ਸਕਦਾ ਕਿਸੇ ਦੀ ਹੋਰ ਦੀ ਹੈਲਪ ਲੈ। ਠੀਕ ਹੈ, ਤਾਂ ਇੱਥੇ ਹੈ ਕਿ if you can't type all of them dash
ਬਾਏ ਯੂਅਰਸੈਲਫ। ਤਾਂ ਬਾਏ ਯੂਅਰਸੈਲਫ, ਜੇ ਤੂੰ ਆਪ ਇਕੱਲਾ ਕੰਮ ਨਹੀਂ ਕਰ ਸਕਦਾ ਤਾਂ ਬਾਏ ਯੂਅਰਸੈਲਫ ਦਾ ਮਤਲਬ ਆਪ, ਹੈ ਨਾ। ਤਾਂ ਕਿਸੇ ਹੋਰ ਦੀ ਹੈਲਪ ਲੈ ਮੈਨੇਜਰ ਨੇ ਟਾਈਪਿਸਟ ਨੂੰ ਕਿਹਾ ਆਫਿਸ 'ਚ, ਤਾਂ ਇਹਦਾ ਮਤਲਬ ਜਿਹੜਾ 5th ਦੇ ਵਿੱਚ ਸਾਡਾ ਬਾਏ ਯੂਅਰਸੈਲਫ ਆਏਗਾ। ਅੱਗੇ ਆ ਗਿਆ, the boy scouts dash their meal in the open outside their tent। ਤਾਂ boy scouts ਜਿਹੜੇ ਸੀਗੇ NCC ਦੇ ਲੜਕੇ, ਉਹਨਾਂ ਨੇ ਟੈਂਟ ਦੇ ਬਾਹਰ ਆਪਣਾ ਭੋਜਨ ਬਣਾਇਆ। ਡੈਸ਼ ਦਾ देयर meal, ਭੋਜਨ ਬਣਾਉਣ ਦੀ ਗੱਲ ਹੋ ਰਹੀ ਹੈ, ਤਾਂ ਬਣਾਉਣ ਦੀ ਇੰਗਲਿਸ਼ ਕੀ ਹੁੰਦੀ ਹੈ ਜੀ? ਪ੍ਰੀਪੇਅਰਡ। ਤਾਂ 6ਵੇਂ ਦੇ ਵਿੱਚ ਸਾਡਾ ਆਨਸਰ ਆ ਜਾਏਗਾ ਪ੍ਰੀਪੇਅਰਡ। ਇਸੇ ਤਰ੍ਹਾਂ 7ਵਾਂ, the health officer of the municipality advised the people to get dash because there were numerous cases of cholera in that town। ਮਿਊਨਿਸਪੈਲਿਟੀ ਦਾ ਜਿਹੜਾ ਹੈਲਥ ਅਫਸਰ ਸੀ ਉਸਨੇ ਪੀਪਲ ਨੂੰ ਐਡਵਾਈਸ ਕੀਤਾ ਕਿ ਉਹ ਡੈਸ਼ ਕਰ ਲੈਣ, ਕਿਉਂਕਿ ਬਹੁਤ ਸਾਰੇ ਜਿਹੜੇ ਹੈਜੇ ਦੇ ਕੇਸ ਆ ਚੁੱਕੇ ਨੇ। ਤਾਂ 7ਵੇਂ ਦੇ ਵਿੱਚ ਆਏਗਾ ਜੀ ਤੁਹਾਡਾ, ਤੁਹਾਨੂੰ ਦੱਸਿਆ ਸੀ ਨਾ, ਇੱਕ ਵਰਡ ਹੈ ਇਨੋਕੂਲੇਟਿਡ। ਇਨੋਕੂਲੇਟਿਡ ਦਾ ਮਤਲਬ ਹੁੰਦਾ ਜਦੋਂ ਆਪਣੇ ਅੰਦਰ, ਸਰੀਰ ਦੇ ਅੰਦਰ ਐਂਟੀਬੋਡੀਜ਼ ਪਾਈ ਜਾਂਦੀਆਂ ਨੇ, ਜਿਵੇਂ ਅੱਜ ਕੱਲ ਵੈਕਸੀਨ ਲੱਗ ਰਿਹਾ ਕਰੋਨਾ ਦਾ, ਇਹ ਵੀ ਇਨੋਕੂਲੇਸ਼ਨ ਹੋ ਰਹੀ ਹੈ। ਤਾਂ ਆਪਾਂ ਇੱਥੇ 7ਵਾਂ ਨੰਬਰ ਇਹ ਪਾ ਦਾਂਗੇ ਜੀ, ਇਸ ਵਰਡ ਜਿਹੜਾ ਤੁਹਾਡਾ ਚੈਪਟਰ 'ਚ ਆਇਆ ਸੀਗਾ। ਯਾਦ ਕਰੋ, ਜਦੋਂ ਚੂਹਿਆਂ ਦੇ ਵਿੱਚ 2 ਗਰੁੱਪ ਬਣਾਏ ਗਏ ਸੀਗੇ ਚੂਹਿਆਂ ਤੇ, ਜਿਸ ਦੇ ਉੱਪਰ ਉਹ ਜਿਹੜੀ ਮੋਲਡ 'ਚੋਂ ਡਰੱਗ ਕੱਢੀ ਗਈ ਸੀ, ਇੱਕ ਗਰੁੱਪ 'ਚ ਪਾਈ ਗਈ ਸੀ, ਦੂਸਰੇ ਗਰੁੱਪ 'ਚ ਨਹੀਂ ਸੀ ਪਾਏਗੀ, ਤਾਂ ਇਨੋਕੂਲੇਟ ਕੀਤਾ ਗਿਆ ਸੀ ਉਹਦੇ 'ਚ। ਤਾਂ ਤੁਹਾਨੂੰ ਯਾਦ ਆ ਗਿਆ ਹੋਣਾ। ਲਾਸਟ 8ਵਾਂ ਹੈ ਕਿ ਮਾਈ ਨੇਬਰ ਮਿਸਟਰ ਗੋਵਿੰਦ ਹੈਜ਼ ਫਿਕਸ ਦੀ ਮੈਰਿਜ ਆਫ ਦਿਸ ਡਾਟਰ। ਮੇਰੇ ਗੁਆਂਢੀ ਗੋਵਿੰਦ ਨੇ ਆਪਣੇ ਡਾਟਰ ਦੀ ਮੈਰਿਜ ਫਿਕਸ ਕਰਤੀ, ਬਟ ਇਟ ਇਜ਼ ਅ ਡੈਸ਼ ਫॉर ਹਿਮ ਟੂ ਫਾਈਂਡ ਆਲ ਦਾ ਮਨੀ ਹੀ ਨੀਡਸ। ਪਰ ਇਹਦੇ ਲਈ ਕਿ ਮੁਸ਼ਕਲ ਹੈ ਕਿ ਸਾਰੀ ਮਨੀ ਪ੍ਰਾਪਤ ਕਰ ਸਕਦਾ, ਤਾਂ ਆਹ ਵਾਲੀ ਚੀਜ਼ ਇੱਥੇ ਕੀ ਹੈ? ਮੁਸ਼ਕਲ। ਮੁਸ਼ਕਲ ਦੀ ਇੰਗਲਿਸ਼ ਕੀ ਹੈ? ਪ੍ਰੋਬਲਮ। ਪ੍ਰੋਬਲਮ ਸ਼ਬਦ ਆ ਪਿਆ ਜੀ, ਤਾਂ ਆਪਾਂ 8ਵੇਂ ਦੇ ਵਿੱਚ ਪ੍ਰੋਬਲਮ ਭਰ ਦਾਂਗੇ। ਤਾਂ ਆ ਸਾਡਾ ਆ ਗਿਆ ਜੀ। ਤਾਂ ਬਾਕੀ ਕੀ ਰਹਿ ਗਿਆ? ਸੈਪਰੇਟ। ਤਾਂ ਸੈਪਰੇਟ ਸ਼ਬਦ 9ਵੇਂ ਜਾਣਾ ਚਾਹੀਦਾ, ਤਾਂ ਦੇਖ ਲੈਂਦੇ ਹਾਂ। ਇਟ ਇਜ਼ ਐਨ ਐਕਸੀਡੈਂਟ, ਕਹਿੰਦੇ ਐਕਸੀਡੈਂਟ ਸੀ ਕਿ a swan can dash milk from the water which it is mixed। do you think it can be true? ਕਹਿੰਦੇ ਇੱਕ ancient belief ਹੈ, ਪੁਰਾਣੀ belief ਹੈ ਕਿ ਜਿਹੜੀ ਇੱਕ ਸਵਾਨ ਹੈ, ਉਹ ਪੰਛੀ ਹੁੰਦਾ ਬੇਟਾ ਇਹ, ਕਿ ਉਹ ਵਾਟਰ ਚੋਂ ਦੁੱਧ ਕੱਢ ਦਿੰਦਾ, ਅਲੱਗ ਕਰ ਦਿੰਦਾ। ਕੈਨ ਡੈਸ਼, ਤਾਂ ਸੈਪਰੇਟ ਆ ਗਿਆ, ਆਪਾਂ ਪਹਿਲਾਂ ਹੀ ਕਰ ਚੁੱਕੇ ਕਿ ਇੱਥੇ ਸੈਪਰੇਟ ਆਏਗਾ, ਤਾਂ ਸੈਪਰੇਟ ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਬੇਟਾ ਤੁਸੀਂ ਕਰ ਸਕਦੇ ਹੋ। ਇਹ ਜਿਹੜੀਆਂ ਫਿਲ ਇਨ ਦੀ ਬਲੈਂਕਸ ਦੇ ਵਿੱਚ ਨਾ ਤੁਹਾਨੂੰ ਇੱਕ ਦਿੱਕਤ ਆ ਸਕਦੀ ਹੈ, ਉਹ ਇਹ ਆ ਸਕਦੀ ਹੈ ਕਿ ਤੁਹਾਨੂੰ ਸੈਂਟੈਂਸ ਸਮਝ ਨਾ ਆਵੇ ਕਿ ਸੈਂਟੈਂਸ ਦੇ ਵਿੱਚ ਕਿਹਾ ਕੀ ਗਿਆ ਹੈ। ਤਾਂ ਮੈਂ ਤੁਹਾਨੂੰ ਹਮੇਸ਼ਾ ਇਹ ਗਾਈਡ ਕਰੂੰਗਾ ਬੇਟਾ, ਇੱਕ ਅੱਛੀ ਜੀ ਡਿਕਸ਼ਨਰੀ ਆਪਣੇ ਕੋਲੇ ਰੱਖੋ, ਜਾਂ ਡਿਕਸ਼ਨਰੀ ਨਹੀਂ ਵੀ ਹੈਗੀ ਕੋਈ ਗੱਲ ਨਹੀਂ ਬੇਟਾ, ਤੁਹਾਡੇ ਕੋਲੇ ਮੋਬਾਈਲ ਹੁੰਦੇ ਨੇ, ਮੋਬਾਈਲ ਦੇ ਵਿੱਚ ਤੁਸੀਂ ਉਹ ਵਰਡ ਪਾਓ, ਗੂਗਲ ਦੇ ਵਿੱਚ ਜਾ ਕੇ ਉਹਦਾ ਨਾਲ ਪਾ ਦਿਓ ਮੀਨਿੰਗ। ਮੰਨ ਲਓ ਹੁਣ ਇੱਥੇ ਇਨੋਕੂਲੇਟ ਸ਼ਬਦ ਆਇਆ, ਇਨੋਕੂਲੇਟ ਦਾ ਮਤਲਬ ਤੁਹਾਨੂੰ ਪਤਾ ਨਹੀਂ, ਇਨੋਕੂਲੇਟ ਸ਼ਬਦ ਗੂਗਲ ਸਰਚ 'ਚ ਪਾਓ, ਉਹਦੇ ਪਿੱਛੇ ਮੀਨਿੰਗ ਪਾਓ, ਤੁਹਾਨੂੰ ਮੀਨਿੰਗ ਮਿਲ ਜੂਗਾ, ਈਵਨ ਕਿ ਪੰਜਾਬੀ 'ਚ ਵੀ ਮਿਲ ਜੂਗਾ। ਤੁਸੀਂ ਜਸਟ ਇਹ ਲਿਖੋ ਕਿ ਇਨੋਕੂਲੇਟ ਮੀਨਿੰਗ ਇਨ ਪੰਜਾਬੀ। ਗੂਗਲ ਇੰਨੀ ਵਧੀਆ ਚੀਜ਼ ਹੈ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਮੀਨਿੰਗ ਦੱਸ ਦੂਗੀ। ਕੋਸ਼ਿਸ਼ ਤਾਂ ਕਰੋ, ਜੇ ਕੋਸ਼ਿਸ਼ ਕਰੋਗੇ ਤਾਂ ਹੀ ਕੁਝ ਮਿਲੂ, ਐ ਤਾਂ ਪਤਾ ਨਹੀਂ ਲੱਗਣਾ। ਤਾਂ ਜਿਹੜਾ ਬੱਚਾ ਜਿੰਨੀ ਜ਼ਿਆਦਾ ਮਿਹਨਤ ਕਰੂਗਾ ਬੇਟਾ, ਓਨਾ ਜ਼ਿਆਦਾ ਫਲ ਪਾਊਗਾ, ਠੀਕ ਹੈ ਜੀ, ਤੇ ਓਨਾ ਜ਼ਿਆਦਾ ਉਸ ਦਾ ਫਾਇਦਾ ਹੋਏਗਾ। ਮਿਹਨਤ ਤਾਂ ਕਰਨੀ ਪੈਣੀ ਹੈ। ਦੇਖੋ ਇੰਗਲਿਸ਼ ਇਲੈਕਟਿਵ ਲਈ ਹੈ, ਮਿਹਨਤ ਕਰੋ, ਬਾਕੀ ਕੋਈ ਗੱਲ ਨਹੀਂ। ਜੇ ਫਿਰ ਵੀ ਕੁਝ ਨਹੀਂ ਪਤਾ ਲੱਗਦਾ ਤਾਂ ਮੈਂ ਤਾਂ ਹੈਗਾ ਹੀ ਹੈ। ਇੱਕ ਲਾਸਟ ਐਕਸਰਸਾਈਜ਼ ਆ ਬੇਟਾ, ਜੇ ਆਪਣੇ ਕੋਲੇ ਟਾਈਮ ਹੈ, ਚਲੋ ਜਿੰਨਾ ਵੀ ਹੈਗਾ ਮੈਂ ਦੇਖਦਾ। ਕਹਿੰਦੇ ਇਹ ਮੈਂ ਤੁਹਾਨੂੰ ਸਮਝਾ ਦਿੰਦਾ ਵੀ, ਬੜੀ ਐਕਸਰਸਾਈਜ਼ ਬੜੀ ਵਧੀਆ ਹੈ। ਇਹਦੇ 'ਚ ਕੀ ਹੈ ਕਿ ਆਹ ਦੇਖੋ, ਆਹ ਤੁਹਾਨੂੰ ਦਿੱਤੇ ਹੋਏ ਨੇ ਸਾਰੇ ਵਰਡਸ, ਦਿੱਤੇ ਹੋਏ ਨੇ ਟੋਟਲ 16 ਵਰਡਸ ਨੇ, ਸਾਰੇ ਦੇ ਸਾਰੇ ਵਰਡਸ ਤੁਹਾਡੇ ਚੈਪਟਰ 'ਚ ਆਏ। ਐਂਟੀਸੈਪਟਿਕ, ਕਲਚਰ, ਬੈਕਟੀਰੀਓਲੋਜੀ, ਡਰਗ, ਨਾਈਟਹੁੱਡ ਤੁਹਾਨੂੰ ਮੈਂ ਕੱਲ ਸਾਰਾ ਐਕਸਪਲੇਨ ਕੀਤਾ ਹੈ, ਸਾਰੇ ਵਰਡਸ ਆਏ। ਫਿਰ ਇਹਨਾਂ ਦੇ ਤੁਹਾਨੂੰ ਦੱਸੇ ਹੋਏ ਨੇ ਕਿ ਉਹਨਾਂ ਨੂੰ ਐਕਸਪਲੇਨ ਕੀਤਾ ਹੋਇਆ। ਬਸ ਆਪਾਂ ਨੇ ਕੀ ਕਰਨਾ ਹੈ, ਉਹਦਾ ਨੰਬਰ ਉਹਦੇ 'ਚ ਪਾ ਦੇਣਾ ਜਿਵੇਂ ਉੱਪਰ ਪਾਇਆ। ਜਿਵੇਂ ਦੇਖੋ ਪਹਿਲਾ ਹੈ ਕਿ that discovery of this brought fame to Alexander Fleming। ਇਸ ਡਿਸਕਵਰੀ ਨੇ ਅਲੈਗਜ਼ੈਂਡਰ ਫਲੇਮਿੰਗ ਨੂੰ ਪ੍ਰਸਿੱਧ ਕਰਤਾ। ਕਿਹਦੀ ਡਿਸਕਵਰੀ ਨੇ? ਪੈਨਸਿਲਿਨ। ਤਾਂ ਆਪਾਂ ਇੱਥੇ ਨੰਬਰ 1 ਪਾਤਾ, ਠੀਕ ਹੈ ਜੀ। ਦੂਸਰਾ, ਦਾ ਗਰੋਇੰਗ ਆਫ ਬੈਕਟੀਰੀਆ ਇਨ ਅ ਲੈਬੋਰਟਰੀ। ਲੈਬੋਰਟਰੀ ਜਦੋਂ ਬੈਕਟੀਰੀਆ ਨੂੰ ਬੇਟਾ ਗਰੋ ਕੀਤਾ ਜਾਂਦਾ ਹੈ ਐਕਸਪੈਰੀਮੈਂਟ ਦੇ ਤੌਰ ਤੇ, ਤੁਹਾਨੂੰ ਮੈਂ ਦੱਸਿਆ ਸੀ ਕਲਚਰ, ਤਾਂ ਉਹ ਕਲਚਰ ਹੁੰਦਾ ਹੈ, ਤਾਂ ਆਪਾਂ ਕਲਚਰ ਤੇ 2 ਪਾਤਾ, ਇਹ 2 ਦਾ ਮੀਨਿੰਗ ਹੈ, ਠੀਕ ਹੈ। ਅੱਗੇ ਚਲੋ, the science or study of disease germs। ਜਰਮਸ ਦੀ ਜਿਹੜੀ ਸਟੱਡੀ ਕਰਦੀ ਆ ਆਪਾਂ ਬੈਕਟੀਰੀਓਲੋਜੀ, ਜਿਸ ਬੈਕਟੀਰੀਓਲੋਜੀ ਦੇ ਵਿੱਚ ਪ੍ਰੋਫੈਸਰ ਰਾਈਟ ਨੇ ਇੰਟਰਸਟ ਕ੍ਰੀਏਟ ਕੀਤਾ ਅਲੈਗਜ਼ੈਂਡਰ ਫਲੇਮਿੰਗ ਦਾ, ਸਾਰਾ ਚੈਪਟਰ ਪੜ੍ਹਿਆ ਆਪਾਂ ਨੇ। ਨਾउन ਫਾਰਮ ਆਫ ਦਾ ਵਰਬ ਕੰਬਾਈਨ। ਹੁਣ ਕੰਬਾਈਨ ਵਰਬ ਹੈ, ਕੰਬਾਈਨ ਦਾ ਮਤਲਬ ਹੈ ਜੋੜਨਾ, ਹੈ ਨਾ। ਕੰਬਾਈਨ, ਕੰਬਾਈਨਡ, ਕੰਬਾਈਨਡ ਡੀ ਲੱਗਦਾ ਪਿੱਛੇ, ਲੇਕਿਨ ਆਪਾਂ ਨੂੰ ਨਾउन ਚਾਹੀਦਾ, ਨਾउन ਫਾਰਮ ਚਾਹੀਦਾ। ਤਾਂ ਕੰਬਾਈਨ ਦਾ ਕੀ ਹੋ ਗਿਆ? ਕੰਬੀਨੇਸ਼ਨ, ਕੰਬੀਨੇਸ਼ਨ, ਹੈ ਨਾ। ਤਾਂ 4th ਕੰਬੀਨੇਸ਼ਨ ਦੇਖੋ ਕਿੱਥੇ ਪਿਆ ਜੀ, ਇੱਥੇ ਆਪਾਂ 4 ਪਾਤਾ।
ਉਸ ਤੋਂ ਬਾਅਦ a person who is awarded this is addressed as sir, ਸਰ ਦਾ ਖਿਤਾਬ ਕਿਹਨੂੰ ਮਿਲਦਾ ਹੈ? ਅਲੈਗਜ਼ੈਂਡਰ ਫਲੈਮਿੰਗ ਨੂੰ ਮਿਲਿਆ ਸੀ, ਸਰ ਅਲੈਗਜ਼ੈਂਡਰ ਫਲੈਮਿੰਗ। ਮੈਂ ਤੁਹਾਨੂੰ ਚੈਪਟਰ 'ਚ ਦੱਸਿਆ ਸੀ, ਸਰ ਰਵਿੰਦਰਨਾਥ ਟੈਗੋਰ ਨੂੰ ਵੀ ਮਿਲਿਆ ਸੀ। ਨਾਈਟਹੁੱਡ ਜਿਹੜਾ ਇੰਗਲੈਂਡ ਦੇ ਵਿੱਚ ਦਿੱਤਾ ਜਾਂਦਾ ਹੈ, ਤਾਂ 5 ਨੰਬਰ ਸਾਡਾ ਨਾਈਟਹੁੱਡ ਤੇ ਆ ਗਿਆ। ਅੱਗੇ ਆ ਜਾਓ ਜੀ। ਅ ਪਰਸਨ ਹੋ ਗਿਆ, ਇਫ ਯੂ ਆਰ ਅ ਸਾਇੰਟਿਸਟ ਦਿਸ ਮੈਨ ਐਂਡ ਯੂ ਵਰਕ ਇਨ ਦਾ ਸੇਮ ਫੀਲਡ। ਕਹਿੰਦੇ ਜੇਕਰ ਤੁਸੀਂ ਸਾਇੰਟਿਸਟ ਹੋ ਤਾਂ ਕੋਈ ਬੰਦਾ ਤੁਹਾਡੇ ਨਾਲ ਜਿਹੜਾ ਸੇਮ ਫੀਲਡ 'ਚ ਕੰਮ ਕਰਦਾ ਉਹਨੂੰ ਤੁਸੀਂ ਕੀ ਕਰਦੇ ਕਹਿੰਦੇ ਹੋ? ਫੈਲੋ ਸਾਇੰਟਿਸਟ, ਨਾਲ ਦੇ। ਠੀਕ ਹੈ, ਨਾਲ ਦੇ ਸਾਇੰਟਿਸਟ। ਉਸ ਤੋਂ ਬਾਅਦ ਸਲਾਈਟਲੀ ਵੈਟ, ਥੋੜਾ ਜਿਹਾ ਗਿੱਲਾ, ਮੋਇਸਟ। ਮੋਇਸਟ ਸ਼ਬਦ ਆਇਆ ਜੀ ਚੈਪਟਰ ਦੇ ਵਿੱਚ, ਮੈਨੂੰ ਸਾਰੇ ਯਾਦ ਆ ਦੇਖੋ, ਕਿਉਂਕਿ ਚੈਪਟਰ ਮੈਂ ਤੁਹਾਨੂੰ ਸਾਰਾ ਪੜਾਇਆ ਤਾਂ ਤੁਹਾਨੂੰ ਵੀ ਯਾਦ ਹੋਣੇ ਚਾਹੀਦੇ ਨੇ। ਪੇਮੈਂਟ ਮੇਡ ਟੂ ਅ ਸਟੂਡੈਂਟ ਟੂ ਕੰਬਾਈਨ ਹਿਸ ਸਟੱਡੀਜ਼ ਇਨ ਸਕੂਲ ਔਰ ਕਾਲਜ। ਕਾਲਜ ਦੇ ਵਿੱਚ ਜਦੋਂ ਸਟੂਡੈਂਟਸ ਆਪਣੀ ਪੜ੍ਹਾਈ ਕਰਦੇ ਨੇ ਤਾਂ ਸਟੂਡੈਂਟਸ ਨੂੰ ਫੀਸ ਦੇਣੀ ਪੈਂਦੀ ਹੈ, ਲੇਕਿਨ ਸਟੂਡੈਂਟਸ ਨੂੰ ਕੁਝ ਪੈਸਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੀ ਫੀਸ ਦੇ ਸਕਣ। ਉਹ ਕੀ ਹੁੰਦੀ ਹੈ ਜੀ? ਸਕਾਲਰਸ਼ਿਪ। 8 ਨੰਬਰ, ਜਿਹੜੀ ਕਿ ਅਲੈਗਜ਼ੈਂਡਰ ਫਲੈਮਿੰਗ ਵੀ ਲੱਗੀ ਸੀ। ਅੱਗੇ ਆ ਜਾਓ ਜੀ। adjective related to the word which means disease germs। disease germs ਜਿਹੜੇ ਹੁੰਦੇ ਨੇ, ਕੀਟਾਣੂ ਹੁੰਦੇ ਨੇ, ਉਹਨਾਂ ਦੇ ਨਾਲ ਸੰਬੰਧਿਤ ਕੋਈ ਵਿਸ਼ੇਸ਼ਣ adjective ਤਾਂ ਕਿਹੜਾ ਹੁੰਦਾ ਹੈ ਜੀ? ਇਹ ਆਪਾਂ ਦੇਖ ਲੈਂਦੇ ਹਾਂ। ਬੈਕਟੀਰੀਅਲ, ਬੈਕਟੀਰੀਆ ਤੋਂ, ਬੈਕਟੀਰੀਆ ਇਜ਼ ਅ ਨਾਊਨ, ਬੈਕਟੀਰੀਆ ਦਾ ਮਤਲਬ ਜੀਵਾਣੂ। ਬੈਕਟੀਰੀਆ ਤੋਂ ਆਪਾਂ ਨੇ adjective ਵਿਸ਼ੇਸ਼ਣ ਬਣਾ ਲਿਆ ਬੈਕਟੀਰੀਅਲ। ਠੀਕ ਹੈ ਜੀ, ਓਕੇ। 10ਵਾਂ, a growth which appears on food, leather, clothes। ਇਹਦਾ ਤੁਹਾਨੂੰ ਪਤਾ ਹੋਣਾ, ਇੱਕ ਅਜਿਹੀ ਚੀਜ਼ ਪਲਾਂਟਸ ਦੀ, ਛੋਟੇ ਛੋਟੇ ਪਲਾਂਟਸ ਦੀ, ਪੌਦਿਆਂ ਦੀ ਗਰੋਥ ਜਿਹੜੀ ਕਿ ਆ ਜਾਂਦੀ ਹੈ, ਫੂਡ ਤੇ ਆ ਜਾਂਦੀ ਹੈ, ਲੈਦਰ ਤੇ ਆ ਜਾਂਦੀ ਹੈ, ਕਲੋਥ ਤੇ ਆ ਜਾਂਦੀ ਹੈ, ਜੇਕਰ ਆਪਾਂ ਨੂੰ ਥੋੜਾ ਟਾਈਮ ਗਰਮ ਤੇ ਥੋੜੀ ਜੀ ਨਮੀ ਵਾਲੀ ਹਵਾ 'ਚ ਰੱਖੀ। ਤਾਂ ਤੁਹਾਨੂੰ ਦੱਸਿਆ ਸੀ ਉੱਲੀ ਲੱਗ ਜਾਂਦੀ ਹੈ। ਉੱਲੀ ਦੀ ਇੰਗਲਿਸ਼ ਕੀ ਸੀਗੀ? ਉੱਲੀ ਦੀ ਇੰਗਲਿਸ਼ ਸੀਗੀ ਜੀ ਮੋਲਡ। ਤਾਂ ਆਪਾਂ ਮੋਲਡ ਤੇ 10 ਨੰਬਰ ਲਗਾ ਦਿੰਦੇ ਆ, ਪਿਆ 10 ਨੰਬਰ। ਠੀਕ ਹੈ ਜੀ, ਅੱਗੇ ਆ ਜਾਓ। ਸ਼ੂਜ਼ ਆਰ ਯੂਜ਼ਲੀ ਮੇਡ ਆਫ ਦਿਸ। ਕਹਿੰਦੇ ਇਹ ਸ਼ੂਜ਼ ਆਮ ਤੌਰ ਤੇ ਇਹਦੇ ਬਣਦੇ ਨੇ ਲੈਦਰ ਤੋਂ। ਲੈਦਰ ਸ਼ਬਦ ਸਾਡੇ ਪੇਪਰ 'ਚ, ਸਾਡੇ ਚੈਪਟਰ 'ਚ ਆਇਆ ਜੀ, ਇੱਥੇ 11 ਪਾ ਦੇਣੇ। ਪ੍ਰਿੰਟ ਐਂਡ ਮੇਕ ਨੋਨ। ਅੱਗੇ ਆ ਜਾਓ ਜੀ। ਤਾਂ ਪ੍ਰਿੰਟ ਐਂਡ ਮੇਕ ਨੋਨ ਦਾ ਮਤਲਬ ਹੁੰਦਾ ਕਿ ਆਪਾਂ ਕੋਈ ਚੀਜ਼ ਆਪਣੀ ਪ੍ਰਿੰਟ ਕਰ ਦਈਏ ਤੇ ਬਾਅਦ 'ਚ ਉਹ ਪ੍ਰਸਿੱਧ ਹੋ ਜਾਏ, ਹੈ ਨਾ। ਤਾਂ ਆਪਾਂ ਉਸ ਨੂੰ ਕੀ ਕਹਾਂਗੇ? ਪਬਲਿਸ਼। ਤਾਂ ਜਿਹੜਾ ਸਾਡਾ 12ਵਾਂ ਆਏਗਾ, 12th ਤੋਂ ਆਏਗਾ ਪਬਲਿਸ਼। ਇਹ ਸ਼ਬਦ ਆਇਆ ਬੇਟਾ ਆਪਣੇ ਚੈਪਟਰ ਦੇ ਵਿੱਚ। ਨੈਕਸਟ ਦੇਖੀਏ ਜੀ, a medicine that is swallowed or injected। ਇੱਕ ਅਜਿਹੀ ਮੈਡੀਸਨ, ਦਵਾਈ ਜਿਸ ਨੂੰ ਕਿ ਆਪਾਂ ਜਾਂ ਤਾਂ ਸਵੋਲੋ ਕਰੀਏ, ਮਤਲਬ ਕਿ ਉਹਨੂੰ ਪੀਜੀਏ, ਹੈ ਨਾ, ਤੇ ਇੰਜੈਕਟ ਕੀਤੀ ਜਾਵੇ ਜਾਂ ਸਾਡੇ ਅੰਦਰ, ਸਰੀਰ ਦੇ ਅੰਦਰ ਇੰਜੈਕਟ ਕੀਤੀ ਜਾਵੇ, ਤਾਂ ਬੇਟਾ ਇਹ ਦਵਾਈ ਹੁੰਦੀ ਹੈ ਡਰੱਗ। 13ਵੇਂ ਨੰਬਰ ਦੇ ਵਿੱਚ ਆਪਾਂ ਡਰੱਗ ਪਾਵਾਂਗੇ। ਇਹ ਸਾਡੀ, ਇਹ ਵਰਡ ਤਾਂ ਸਾਡੇ ਚੈਪਟਰ 'ਚ ਬਹੁਤ ਵਾਰੀ ਆਇਆ। ਤੇ ਲਾਸਟ ਸਾਡਾ, ਲਾਸਟ ਨਹੀਂ ਹਜੇ ਹੋਰ ਵੀ ਪਏ ਬੇਟਾ, 14th ਹੈ ਕਿ ਫੁੱਲ ਕੰਟਰੋਲ ਔਰ ਨੌਲੇਜ। ਫੁੱਲ ਕੰਟਰੋਲ ਪੂਰਾ ਹੋਵੇ ਸਾਡਾ ਕੰਟਰੋਲ, ਨੌਲੇਜ ਪੂਰੀ ਹੋਵੇ, ਪੂਰਾ ਗਿਆਨ ਹੋਵੇ ਸਾਨੂੰ, ਤਾਂ ਅਸੀਂ ਕਹਿੰਦੇ ਹਾਂ ਕਿ ਮਾਸਟਰੀ। ਤਾਂ ਮਾਸਟਰੀ ਸ਼ਬਦ ਵੀ ਆਇਆ ਸਾਡਾ, ਤਾਂ 14th ਇੱਥੇ ਆ ਗਿਆ। ਆਪਾਂ ਸਿਰਫ ਨੰਬਰ ਪਾਣੇ ਆ, ਬਾਕੀ ਨੰਬਰ ਪਾਉਣ ਤੋਂ ਬਾਅਦ ਕੀ ਹੋਊਗਾ ਆਪਾਂ ਬਾਅਦ 'ਚ ਦੇਖਾਂਗੇ। ਇੱਕ ਹੋਰ ਬੜੀ ਵਧੀਆ ਚੀਜ਼ ਆਏਗੀ, ਤੁਹਾਨੂੰ ਪਤਾ ਲੱਗੇਗੀ। ਨੈਕਸਟ ਹੈ ਜੀ ਕਿ what has been found as a result of study or research। ਰਿਸਰਚ ਤੇ ਸਟੱਡੀ ਕਰਨ ਤੋਂ ਬਾਅਦ ਜੋ ਚੀਜ਼ ਮਿਲਦੀ ਹੈ, ਖੋਜ ਕਰਨ ਤੋਂ ਬਾਅਦ ਜੋ ਚੀਜ਼ ਮਿਲਦੀ ਹੈ, ਤਾਂ ਅਸੀਂ ਉਸ ਨੂੰ ਕੀ ਕਹਿੰਦੇ ਆ? ਫਾਈਂਡਿੰਗਸ। ਫਾਈਂਡਿੰਗਸ ਕਹਿੰਦੇ ਆ। ਤਾਂ ਆਪਾਂ ਇੱਥੇ 15 ਪਾ ਜਾਾਂਗੇ। ਯਾਦ ਕਰੋ ਕਿ ਫਾਈਂਡਿੰਗਸ ਹੀ ਕੀਤੀਆਂ ਸੀ ਪਹਿਲਾਂ, ਲਿਸਟਰ ਨੇ ਫਾਈਂਡਿੰਗ ਕੀਤੀਆਂ ਸੀ ਕਿ ਇਹ ਜਿਹੜੀ ਸੋਲਜਰਸ ਨੂੰ ਪਰੇਸ਼ਾਨ ਕਰ ਰਹੀ ਹੈ ਚੀਜ਼, ਇਹ ਇਨਫੈਕਸ਼ਨ ਹੈ। ਫਿਰ ਉਹ ਇਨਫੈਕਸ਼ਨ ਨੂੰ ਕੌਣ ਦੂਰ ਕਰੂਗਾ, ਇਹਦੇ ਬਾਰੇ ਫਾਈਂਡਿੰਗਸ ਕੀਤੀਆਂ ਸੀ ਅਲੈਗਜ਼ੈਂਡਰ ਦੀਆਂ, ਜਿਸ ਨੂੰ ਕਿ ਅੱਗੇ ਕੈਰੀ ਔਨ ਕੀਤਾ। ਤੁਹਾਡਾ ਲਾਸਟ ਸਾਡਾ ਸੈਂਟੈਂਸ ਹੈ ਕਿ this is used for keeping wounds clean in order to prevent infection। ਕਿ ਇਹ ਚੀਜ਼ ਨੂੰ ਇਨਫੈਕਸ਼ਨ ਨੂੰ ਰੋਕਣ ਦੇ ਲਈ, ਇਨਫੈਕਸ਼ਨ ਰੋਕਣ ਦੇ ਲਈ, ਉਸ ਨੂੰ ਕਲੀਨ ਰੱਖਣ ਦੇ ਲਈ ਵੂੰਡਸ ਨੂੰ ਉਸ 'ਤੇ ਲਗਾਈ ਜਾਂਦੀ ਹੈ। ਤਾਂ ਸਾਨੂੰ ਪਤਾ ਬੇਟਾ, ਇਹ ਤਾਂ ਤੁਹਾਨੂੰ ਸਾਰੇ ਹੀ ਪਤਾ ਹੈ, ਇਹਨੂੰ ਆਪਾਂ ਐਂਟੀਸੈਪਟਿਕ ਕਹਿੰਦੇ ਹਾਂ। ਤੇ ਲਾਸਟ ਸਾਡਾ ਜਿਹੜਾ ਰਹਿ ਗਿਆ ਸੀਗਾ ਵਰਡ, ਉਹ ਪਹਿਲੇ ਵਾਲੇ ਸੀ, ਇਹ ਸਾਡਾ ਹੋ ਗਿਆ ਐਂਟੀਸੈਪਟਿਕ। ਹੁਣ ਆਪਾਂ ਸਾਰੇ ਦੇਖੋ ਬੇਟਾ, ਇਹ 'ਚ ਨੰਬਰ ਲਿਖਤੇ। ਥੋੜਾ ਜਿਹਾ ਇਹਨਾਂ ਨੇ ਇੰਟਰਸਟਿੰਗ ਬਣਾਉਣ ਦੇ ਲਈ ਇੱਕ ਨਾਲ ਹੀ ਸਾਨੂੰ ਉੱਪਰ ਦੱਸਿਆ ਸੀ, ਪਹਿਲਾਂ ਮੈਂ ਤੁਹਾਨੂੰ ਨਹੀਂ ਐਕਸਪਲੇਨ ਕੀਤਾ, ਹੁਣ ਦੱਸ ਦਿੰਦਾ। ਕਹਿੰਦੇ ਜਦੋਂ ਤੁਸੀਂ ਮੈਚ ਦਾ ਵਰਡਸ ਇਨ ਦਾ ਬਾਕਸਿਸ ਵਿਦ ਦਾ ਕਲੂਜ਼ ਲਿਸਟਡ ਔਨ next page put the serial numbers of the clues over the words in the boxes। serial number ਆਪਾਂ ਨੇ clues ਤੇ ਪਾਤੇ। ਕਹਿੰਦੇ if you put all the numbers in correctly, ਜੇਕਰ ਤੁਸੀਂ correctly ਪਾਏ ਨੇ, the result will be a magic square। ਕਿ ਇਹਦਾ ਇੱਕ ਰਿਜ਼ਲਟ ਕੀ ਬਣੇਗਾ? ਮੈਜਿਕ ਸਕੁਅਰ ਬਣ ਜਾਏਗੀ। ਇਹਦਾ ਮਤਲਬ ਕੀ ਹੈ? this is to say the total of the 4 numbers, ਜਿਹੜੇ 4 ਨੰਬਰਸ ਹੋਣਗੇ in any straight row, ਆਪਾਂ ਕੋਈ ਵੀ ਸਿੱਧੀ ਲਾਈਨ ਲਗਾ ਲਈਏ ਤਾਂ ਉਹਦਾ ਜਿਹੜਾ, ਚਾਹੇ ਉਹ ਡਾਇਗਨਲ ਵੀ ਹੋਵੇ, ਚਾਹੇ ਉਹ ਟੇਢੀ ਲਾਈਨ ਵੀ ਹੋਵੇ, ਤਾਂ ਉਸਦਾ ਵੀ, ਉਹਦਾ ਚਾਰਾਂ ਦਾ ਜੋੜ ਕੀ ਹੋਏਗਾ? 34। ਆਪਾਂ ਚਲੋ ਕਰਕੇ ਦੇਖਦੇ ਹਾਂ। ਇਹਨਾਂ ਨੇ ਕਿਹਾ ਕਿ ਸਟ੍ਰੇਟ ਲਾਈਨ ਦਾ ਜੋੜ 34 ਹੋਣਾ ਚਾਹੀਦਾ।
ਤਾਂ ਪਹਿਲਾਂ ਸਾਡਾ 16 ਹੈ ਜੀ, 16 ਤੇ 5 21, 21 ਤੇ 9 30 ਤੇ 4 34, ਦੇਖੋ 34 ਬਣ ਗਿਆ। ਦੈਟ ਮੀਨਸ ਅਸੀਂ ਸਹੀ ਹੈ। ਜੇ ਅਸੀਂ ਕਿਸੇ ਵੀ ਰੋ ਦਾ ਲੈ ਲਈਏ, ਇਹਦਾ ਵੀ ਲੈ ਲੈਂਦੇ ਹਾਂ ਸੈਕਿੰਡ ਵਾਲੇ ਦਾ, 11 ਦੇ 2 13 ਤੇ 7 20 ਤੇ 14, ਫਿਰ 34 ਹੋ ਗਿਆ। 10 ਤੇ 3 13 ਤੇ 6 19 ਤੇ 15, ਫਿਰ 34 ਹੋ ਗਿਆ। ਠੀਕ ਹੈ ਜੀ। ਇਸ ਲਾਈਨ ਦਾ ਵੀ ਥਰਡ ਰੋ ਦਾ ਵੀ ਸਾਡਾ ਜੋ ਜਿਹੜਾ 34 ਆ ਰਿਹਾ ਹੈ, ਤੇ ਲਾਸਟ ਵਾਲੀ ਦਾ ਵੀ ਜੇ ਅਸੀਂ ਦੇਖੀਏ ਬੇਟਾ ਤਾਂ ਇਹਦਾ ਵੀ ਜਿਹੜਾ ਸਮ ਹੈ ਟੋਟਲ ਉਹ 34 ਹੀ ਆ ਰਿਹਾ ਹੈ। ਤੇ ਕਿਸੇ ਤਰੀਕੇ ਨਾਲ ਵੀ ਲੈ ਲਓ ਤੁਸੀਂ, ਜੇ ਤੁਸੀਂ ਹੁਣ ਇਧਰੋਂ ਵੀ ਲੈ ਲਓ, ਮਤਲਬ ਲੇਟਵੀਆਂ ਦਾ ਜੋੜ ਵੀ ਲੈ ਲਈਏ, ਆਪਾਂ ਪਹਿਲੀ ਵਾਲੀ ਦਾ ਲੈ ਲੈਂਦੇ ਹਾਂ ਚਲੋ, ਕਿ 16 ਦੇ 2 18 ਤੇ 3 21 ਤੇ 13, ਫਿਰ 34 ਹੈ ਜੀ ਜੋੜ, ਤੇ ਫਿਰ ਉਸ ਤੋਂ ਬਾਅਦ 11 5 16 ਦਾ 26 ਦੇ, ਫਿਰ ਸਾਰਿਆਂ ਦਾ ਜੋੜ ਜਿਹੜਾ ਸਾਡਾ ਹੈ ਬੇਟਾ 34 ਆ ਰਿਹਾ ਹੈ। ਈਵਨ ਕਿ ਜੇ ਡਾਇਗਨਲੀ ਲੈ ਲਈਏ, ਡਾਇਗਨਲੀ ਇਹਨਾਂ ਨੇ ਕਿਹਾ ਨਾ ਇਨਕਲੂਡਿੰਗ ਡਾਇਗਨਲ, ਡਾਇਗਨਲ ਮਤਲਬ ਆਹ ਵਾਲਾ ਡਾਇਗਨਲ, ਇਸ ਤਰੀਕੇ ਦੇ ਨਾਲ ਜੇ ਆਪਾਂ ਆਹ ਵਾਲੇ ਚਾਰਾਂ ਦਾ ਜੋੜ ਲਈਏ, 4 ਤੇ 7 11 ਤੇ 10 21 ਤੇ 13, ਫਿਰ 34 ਆ ਰਿਹਾ। ਇਸੇ ਤਰ੍ਹਾਂ ਜੇ ਆਪਾਂ ਇਹਨੂੰ ਲੈ ਲਈਏ ਆਹ ਵਾਲੇ ਡਾਇਗਨਲ ਨੂੰ, ਤਾਂ 16 ਤੇ 11 27 ਤੇ 6 33 ਤੇ 34, ਤਾਂ ਸਾਰਾ ਸਾਡਾ ਜਿਹੜਾ ਕਿਸੇ ਵੀ ਤਰੀਕੇ ਨਾਲ ਜਦ ਅਸੀਂ ਦੇਖਦੇ ਹਾਂ ਆਪਣੇ ਜਿਹੜੇ ਆਪਾਂ ਆਨਸਰ ਕੱਢੇ ਤਾਂ 34 ਆ ਰਿਹਾ। ਬਹੁਤ ਹੀ ਇੰਟਰਸਟਿੰਗ ਐਕਸਰਸਾਈਜ਼ ਆ ਬੇਟਾ। ਇਸ ਤਰ੍ਹਾਂ ਦੀ ਐਕਸਰਸਾਈਜ਼ਸ ਆ ਤੁਹਾਡੇ ਬੁੱਕ ਦੇ ਵਿੱਚ, ਸਾਡੀ ਸਰਕਾਰ ਨੇ ਬਹੁਤ ਅੱਛੀ ਬੁੱਕ ਤੁਹਾਡੇ ਲਈ ਇਲੈਕਟਿਵ ਵਾਲਿਆਂ ਦੇ ਲਈ ਲਗਾਈ ਹੈ। ਜੇ ਤੁਸੀਂ ਇਸ ਨੂੰ ਮਨ ਨਾਲ ਕਰੋਗੇ ਤਾਂ ਤੁਸੀਂ ਬਹੁਤ ਹੀ ਵਧੀਆ ਇਸ 'ਚ ਨਾਲੇ ਸਿੱਖੋਗੇ ਤੇ ਨਾਲੇ ਤੁਹਾਨੂੰ ਇੰਜੋਏ ਕਰੋਗੇ। ਤੇ ਇਸੇ ਤਰੀਕੇ ਨਾਲ ਬੇਟਾ ਅਸੀਂ ਆਪਣਾ ਅੱਜ ਦਾ ਲੈਕਚਰ ਪੂਰਾ ਕਰ ਲਿਆ। ਉਮੀਦ ਹੈ ਕਿ ਬੇਟਾ ਤੁਹਾਨੂੰ ਸਾਰੀਆਂ ਐਕਸਰਸਾਈਜ਼ਸ ਸਮਝ ਆ ਗਈਆਂ ਹੋਣਗੀਆਂ ਤੇ ਤੁਸੀਂ ਇਹਨਾਂ ਐਕਸਰਸਾਈਜ਼ਸ ਨੂੰ ਕਰਕੇ ਆਪ ਦੇਖੋ ਤੇ ਆਪਣੀਆਂ ਫੇਅਰ ਨੋਟਬੁੱਕਸ ਤੇ ਵੀ ਨੋਟ ਕਰੋ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਨੈਕਸਟ ਕਲਾਸ ਲਗਾਵਾਂਗੇ ਉਹਦੇ ਵਿੱਚ ਆਪਾਂ ਇਸ ਚੈਪਟਰ ਦੇ ਜਿਹੜੇ ਮੇਨ ਕੁਐਸਚਨਸ ਹੈ ਉਹਨਾਂ ਨੂੰ ਆਪਾਂ ਆਨਸਰਸ ਨੂੰ ਡਿਸਕਸ ਕਰਾਂਗੇ। ਓਕੇ।